ਉਹ ਸੰਘਰਸ਼ ਦਾ ਰੂਪ ਉਦੋਂ ਬਣਦੇ ਨੇ ਜਦੋਂ ਜਿਹੜਾ ਰਾਜ ਕਰਨ ਵਾਲਾ ਤਬਕਾ ਹੈ ਉਹ ਆਮ ਲੋਕਾਂ ਨੂੰ ਦਬਾ ਦੇਵੇ। ਉਹ ਵਰਗ ਉਹਨਾਂ ਨੇ ਕਈ ਵਰਗ ਪਹਿਲਾਂ ਦਬਾਏ ਸੀ, ਮੁਸਲਿਮ ਲੀਗ ਨੂੰ ਦਬਾ ਦਿਆ, ਨੱਪ ਲਿਆ, ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਨੋਟਬੰਦੀ ਕਰ ਲਈ, ਤਾਂ ਆਮ ਲੋਕਾਂ ਦਾ ਇਹਦੇ ਵਿੱਚ ਗਲ ਘੁੱਟਣਾ ਸ਼ੁਰੂ ਹੋ ਗਿਆ। ਜਦੋਂ ਗੱਲ ਤੇ ਗੱਲ ਆ ਗਈ ਤਾਂ ਉਹਨਾਂ ਨੇ ਕੋਵਿਡ ਦਾ ਇੱਕ ਦੌਰ ਦੇ ਵਿੱਚ ਉਹ ਦੌਰ ਦੇ ਵਿੱਚ ਇੱਕ 3 ਫਾਰਮਰ ਸੁਸਾਈਡ ਬਿੱਲ, ਜਿਨ੍ਹਾਂ ਨੂੰ ਮੈਂ ਉਸ ਦਾ ਨਾਮ ਰੱਖਿਆ ਹੋਇਆ ਫਾਰਮਰ ਸੁਸਾਈਡ ਬਿੱਲ, ਸਾਡੀ ਝੋਲੀ ਦੇ ਵਿੱਚ ਪਾ ਦਿੱਤੇ। ਉਹ ਬਿੱਲ ਜਿਹੜੇ ਸਾਡੀਆਂ ਨਸਲਾਂ, ਸਾਡੀਆਂ ਫਸਲਾਂ ਤੇ ਸਾਡੀ ਹੋਂਦ ਦਾ ਇੱਕ ਚਿੰਨ੍ਹ ਬਣ ਕੇ ਸੀ ਵੀ ਇਹ ਜੇ ਲਾਗੂ ਹੁੰਦੇ ਆ ਤਾਂ ਸਾਡੀ ਬਿਲਕੁਲ ਹੋਂਦ ਖਤਮ ਹੋ ਜਾਣੀ ਹੈ। ਸੰਘਰਸ਼ਾਂ ਵਿੱਚ ਮੁਸ਼ਕਲਾਂ ਦਾ ਆਉਣਾ ਬਹੁਤ ਜ਼ਰੂਰੀ ਹੈ। ਜੇਕਰ ਸੰਘਰਸ਼ ਬਿਨਾਂ ਮੁਸ਼ਕਲਾਂ ਤੋਂ ਲੜੇ ਜਾਣ, ਮੈਨੂੰ ਨਹੀਂ ਲੱਗਦਾ ਕਿ ਉਹ ਸੰਘਰਸ਼ ਕਦੇ ਜਾਣੀ ਕਿ ਸਿਖਰ 'ਤੇ ਜਾਂਦੇ ਨੇ। ਅੱਜ ਜੋ ਸਾਡਾ ਇਹ ਸੰਘਰਸ਼ ਹੈ, ਜੋ ਇਸ ਦਾ ਰੂਪ ਬਣ ਚੁੱਕਾ ਹੈ, ਰੂਪ ਅੱਗੇ ਸੀ ਕਿਸਾਨਾਂ ਦਾ ਅੰਦੋਲਨ, ਅੱਜ ਹੋ ਗਿਆ ਜਨ ਅੰਦੋਲਨ। ਜਨ ਅੰਦੋਲਨ ਤੋਂ ਵੀ ਜੇ ਮੈਂ ਥੱਲੇ ਜਾ ਕੇ ਗੱਲ ਕਰਾਂ ਤਾਂ ਇਹ ਅੰਦੋਲਨ ਇੱਕ ਜੀਵ ਤੋਂ ਲੈ ਕੇ ਇੱਕ ਜਹਾਜ਼ ਤੱਕ ਦਾ ਅੰਦੋਲਨ ਬਣ ਗਿਆ। ਜੀਵ ਤੋਂ ਲੈ ਕੇ ਕਿ ਕਿਸਾਨ ਫਸਲ ਕੱਟਦਾ ਹੈ, ਉਹਦੀ ਕੁਛ ਫਸਲ ਦੇ ਦਾਣੇ ਜੋ ਜ਼ਮੀਨ ਵਿੱਚ ਡਿੱਗ ਪੈਂਦੇ ਨੇ ਉਹਨੂੰ ਜੀਵ ਚੁੱਕਦਾ ਹੈ, ਤੇ ਉਸੇ ਗੱਲ ਤੋਂ ਲੈ ਕੇ ਚੱਲੀਏ ਤਾਂ ਆਪਾਂ ਇਹ ਕਿਸਾਨ ਦੀ ਫਸਲ ਨੂੰ ਹੀ ਬਾਹਰ ਇੰਪੋਰਟ ਕਰਦੇ ਨੇ। ਕਿਸਾਨ ਜੀਵ ਤੋਂ ਲੈ ਕੇ ਜਹਾਜ਼ ਤੱਕ ਦਾ ਜਿਹੜਾ ਸਫ਼ਰ ਆ ਉਹ ਕਿਸਾਨੀ ਨਾਲ ਹੀ ਹੁੰਦਾ ਹੈ। ਤੇ ਅੱਜ ਇਹ ਗੌਰਮੈਂਟ ਸਾਡੇ ਕਿਸਾਨ ਵੀਰਾਂ ਨੂੰ, ਸਾਡੇ ਕਿਸਾਨੀ ਨੂੰ ਖਤਮ ਕਰਨ ਤੇ ਤੁਲੀ ਆ। ਉਸ ਦੇ ਵਿੱਚੋਂ ਹੀ ਇਹ ਸੰਘਰਸ਼ ਉਪਜਿਆ ਤੇ ਇਹ ਸੰਘਰਸ਼ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਨੇ। ਅੱਛਾ, ਇੱਕ ਸਵਾਲ ਕਰਦੇ ਹਾਂ ਕਿ ਜਿਹੜਾ ਤੁਸੀਂ ਦੱਸਿਆ ਵੀ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨਿਰਮਾਣ ਹੋਇਆ ਸੀ, ਪਹਿਲੇ ਜਿਹੜੀਆਂ ਜੰਗਾਂ ਹੋਈਆਂ ਨੇ ਜਾਂ ਸੰਘਰਸ਼ ਹੋਏ ਨੇ, ਤੁਹਾਨੂੰ ਕੀ ਲੱਗਦਾ ਵੀ ਇਹ ਵੀ ਇੱਕ ਲੋਕ ਲਹਿਰ ਬਣ ਚੁੱਕੀ ਹੈ? ਇਹਦੇ ਵਿੱਚੋਂ ਵੀ ਕੋਈ ਪਾਰਟੀ ਦਾ ਨਿਰਮਾਣ ਹੋ ਸਕਦਾ? ਦੇਖੋ ਜੀ, ਇਹਦੇ ਵਿੱਚ ਕਹਿਣ ਵਿੱਚ ਕੋਈ ਦੋ ਰਾਹ ਨਹੀਂ। ਇਹਦੇ ਵਿੱਚ ਬਹੁਤ ਸਾਰੀਆਂ ਸਟੇਟਾਂ, ਬਹੁਤ ਸਾਰੇ ਲੋਕ ਜੁੜ ਚੁੱਕੇ ਨੇ। ਜੇਕਰ ਉਹ ਐਡੇ ਸੰਘਰਸ਼ ਦੇ ਵਿੱਚੋਂ ਇੱਕ ਪਾਰਟੀ ਦਾ ਉਥਾਨ ਹੋਇਆ ਸੀ ਤਾਂ ਮੇਰੀ ਹੋ ਸਕਦਾ ਹੈ ਮੇਰੀ ਸੋਚ ਗਲਤ ਹੋ ਸਕਦੀ ਹੈ, ਪਰ ਮੇਰੀ ਸੋਚ ਹੈ, ਮੈਂ ਬੋਲਣ ਦਾ ਮੈਨੂੰ ਅਧਿਕਾਰ ਹੈ। ਮੈਂ ਇਹ ਗੱਲ ਕਹਿ ਸਕਦਾ ਕਿ ਜਦੋਂ ਇਹ ਸੰਘਰਸ਼ ਦੀ ਜਿੱਤ ਹੁੰਦੀ ਹੈ, ਜਿੱਤ ਤੋਂ ਬਾਅਦ ਇੱਕ ਪਾਰਟੀ ਦਾ ਉਥਾਨ ਹੋਊਗਾ ਜਿਹੜੀ ਮਜ਼ਦੂਰਾਂ ਦੀ, ਕਿਸਾਨਾਂ ਦੀ ਤੇ ਆਮ ਲੋਕਾਂ ਦੀ ਪਾਰਟੀ ਹੋਵੇਗੀ। ਉਹ ਪਾਰਟੀ ਕੁਝ ਸਮਾਂ ਸਾਡੇ ਮੁੱਦੇ ਨੇ ਉਹਨਾਂ ਨੂੰ ਪ੍ਰਗਟ ਕਰੇਗੀ। ਮੈਨੂੰ ਜਾਣੀ ਕਿ ਮੇਰੀ ਸੋਚਣੀ ਇਹ ਹੈ ਕਿ ਮੈਨੂੰ ਲੱਗ ਰਿਹਾ ਕਿ ਕਾਫੀ ਦਿਨਾਂ ਤੋਂ ਇੱਥੇ ਅਸੀਂ ਬੈਠੇ ਹੋਏ ਹਾਂ, ਲੰਮੇ ਸਮੇਂ ਤੋਂ ਪੰਜਾਬ 'ਚ ਬੈਠ ਕੇ ਵਾਚ ਕਰਦੇ ਪਏ ਸੀ ਵੀ ਇੱਕ ਪੋਲੀਟੀਕਲ ਸਾਇੰਸ ਐਮਫਿਲ ਦਾ ਸਟੂਡੈਂਟ ਆ ਜੀ, ਇੱਕ ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਇੱਕ ਛੋਟਾ ਜਿਹਾ ਆਪਣੇ ਵੱਲੋਂ ਅੰਦਾਜ਼ਾ ਲਾ ਸਕਦਾ ਕਿ ਇਸ ਸੰਘਰਸ਼ ਦੇ ਵਿੱਚੋਂ ਇੱਕ ਪਾਰਟੀ ਦਾ ਉਥਾਨ ਹੋਵੇਗਾ। ਕਿਉਂਕਿ ਅੱਜ ਤੱਕ ਜਿੰਨੇ ਵੀ ਸੰਘਰਸ਼ ਹੋਏ ਨੇ, ਉਹਨਾਂ ਸੰਘਰਸ਼ਾਂ ਜਿੱਤਣ ਤੋਂ ਬਾਅਦ ਜਾਂ ਕੁਛ ਹੋਣ ਤੋਂ ਬਾਅਦ ਉਹਨਾਂ ਸੰਘਰਸ਼ਾਂ ਵਿੱਚੋਂ ਇੱਕ ਪਾਰਟੀ ਦਾ ਉਥਾਨ ਹੋਣਾ ਜ਼ਰੂਰੀ ਹੈ। ਤਾਂ ਮੈਂ ਉਸੇ ਗੱਲ 'ਤੇ ਆ ਰਿਹਾ ਕਿ ਇਸ ਸੰਘਰਸ਼ ਦੀਆਂ ਕੁਝ ਪ੍ਰਾਪਤੀਆਂ ਵੀ ਨੇ। ਇਹ ਸੰਘਰਸ਼ ਜੇ ਕਹੀਏ, ਇਹ ਕੋਸ਼ਿਸ਼, ਜਦੋਂ ਸੰਘਰਸ਼ ਉਦੋਂ ਫੇਲ ਹੁੰਦਾ ਜਦੋਂ ਪਿਛਲੇ ਲੋਕਾਂ ਨਾਲ ਰਾਬਤਾ ਟੁੱਟ ਜੇ, ਪਰ ਇਹ ਸੰਘਰਸ਼ ਦੀ ਇੱਕ ਪ੍ਰਾਪਤੀ ਹੈ ਕਿ ਇਸ ਸੰਘਰਸ਼ ਦੇ ਵਿੱਚ ਡੇਲੀ ਲੋਕ ਆਉਂਦੇ ਨੇ, ਡੇਲੀ ਜਾਂਦੇ ਨੇ, ਡੇਲੀ ਸਾਡੇ ਰਾਸ਼ਨ ਪਾਣੀ ਇੱਥੇ ਆਉਂਦਾ ਹੈ ਜਾਂ ਵਧਿਆ ਜੋ ਵੀ ਅਸੀਂ ਹੋਰਾਂ ਥਾਈਂ ਵੰਡਣ ਜਾਂਦੇ ਹਾਂ। ਇਹ ਸੰਘਰਸ਼ ਦੇ ਵਿੱਚ ਜੇ ਗੱਲ ਕਰੀਏ ਤਾਂ ਪੰਜਾਬ ਦਾ ਹਰ ਇੱਕ ਨੌਜਵਾਨ ਜੋ ਸੁਹਿਰਦ ਦਿਮਾਗ ਵਾਲਾ ਪੜ੍ਹਿਆ ਲਿਖਿਆ ਨੌਜਵਾਨ ਆ, ਉਹ ਇੱਥੇ ਪਹੁੰਚ ਰਿਹਾ। ਉਹ ਆਪਣੀ ਉੱਥੇ ਮੰਚ ਦੇ ਉੱਤੋਂ ਇੱਕ ਕਲੀਅਰ ਗੱਲਾਂ ਕਰਦਾ ਹੈ। ਉਹ ਕਿਸੇ ਪਗਰਾਟ ਦੇ ਵਿੱਚ ਨਹੀਂ ਹੈ, ਕਿਸੇ ਦਬਾਅ ਦੇ ਵਿੱਚ ਨਹੀਂ ਹੈ, ਬੜਾ ਪੀਸਫੁਲੀ ਚੱਲਦਾ ਆ ਰਿਹਾ। ਤਾਂ ਉਹ ਇਹ ਸੰਘਰਸ਼ ਦੀ ਇੱਕ ਬਹੁਤ ਵੱਡੀ ਜਿੱਤ ਹੈ। ਕਿਉਂਕਿ ਦੇਖੋ ਜੀ, ਤੁਸੀਂ ਜਿੱਥੇ ਨੋਟ ਕਰ ਸਕਦੇ ਹੋ, ਤੁਸੀਂ ਤਾਂ ਕੈਮਰਾਮੈਨ ਦੇ ਨਾਲ ਤੁਸੀਂ ਲੋਕਾਂ ਨੂੰ ਵਾਚ ਕੀਤਾ ਹੋਊਗਾ ਕਿੰਨੀ ਦੁਨੀਆ ਇੱਥੇ ਪਹੁੰਚੀ ਹੈ, ਪਰ ਹਜੇ ਤੱਕ ਕੋਈ ਵਾਹਿਗੁਰੂ ਦੀ ਕਲਾ ਵਰਤਦੀ ਹੈ, ਜੋ ਵੀ ਕੁਛ ਹੈ, ਪਰ ਹਜੇ ਤੱਕ ਕੁਛ ਵੀ ਮਿਸ ਹੈਪਨਿੰਗ ਇਸ ਤਰ੍ਹਾਂ ਦੀ ਕੋਈ ਸਾਨੂੰ ਸੁਣਨ ਨੂੰ ਜਾਂ ਕੁਛ ਵੇਖਣ ਨੂੰ ਨਹੀਂ ਮਿਲੀ। ਇਹ ਸੰਘਰਸ਼ ਦੀ ਪਹਿਲੀ ਜੇ ਕਹੀਏ ਪ੍ਰਾਪਤੀ ਹੈ। ਦੂਜੀ ਪ੍ਰਾਪਤੀ ਕੀ ਹੈ? ਸਾਡੇ ਆਮ ਲੋਕ ਜਿਹੜੇ ਪਿੰਡਾਂ ਦੇ ਵਿੱਚ, ਘਰਾਂ ਦੇ ਵਿੱਚ ਆਪਸ ਵਿੱਚ ਦੂਰੀਆਂ ਬਣਾ ਚੁੱਕੇ ਸੀ, ਉਹ ਸਾਡੇ ਲੋਕ ਆਪਸ ਵਿੱਚ ਇੱਕ ਦੂਜੀ ਦੇ ਨੇੜਤਾ ਦੇ ਵਿੱਚ ਆ ਗਏ। ਨੇੜਤਾ ਦੇ ਕਿਵੇਂ ਵਿੱਚ ਆ ਗਏ ਨੇ? ਜਿਵੇਂ ਪੁਰਾਤਨ ਸਮੇਂ ਦੇ ਵਿੱਚ ਜੇ ਗੱਲ ਕਰ ਲਈਏ ਤਾਂ ਜਦੋਂ ਕੋਈ ਸੰਘਰਸ਼ ਦੇ ਵਿੱਚ ਕੋਈ ਵੀ ਪਿੰਡ ਦੇ ਵਿੱਚੋਂ ਯੋਧਾ ਜਾਂਦਾ ਸੀ ਤਾਂ ਉਸ ਦੇ ਜਿਹੜਾ ਘਰ ਹੁੰਦਾ ਸੀ ਜਾਂ ਉਹਦੀ ਫਸਲ ਹੁੰਦੀ ਸੀ ਤਾਂ ਉਸਦੇ ਆਂਢ ਗੁਆਂਢ ਜਾਂ ਹੋਰ ਉਸਦੇ ਭਾਈ ਸੱਜਣ ਉਹਦੀ ਦੇਖ ਰੇਖ ਕਰਦੇ ਸੀ। ਤਾਂ ਸੇਮ ਉਸੇ ਤਰ੍ਹਾਂ ਹੀ ਇਸ ਵਾਰ ਹੋ ਰਿਹਾ ਕਿ ਕੌਂਸਟੀਟਿਊਸ਼ਨ ਆਪਣਾ ਸੰਵਿਧਾਨ ਹੈ, ਗੌਰਮੈਂਟ ਲਈ ਤਾਂ ਇੱਕ ਉਹ ਕਿਤਾਬ ਆ ਜਿਹਨੂੰ ਕੱਛ 'ਚ ਪਾ ਕੇ ਜਿੱਥੇ ਮਰਜ਼ੀ ਤੁਰ ਜਾਓ। ਉਹਨੂੰ ਮੈਨੂੰ ਲੱਗਦਾ ਵੀ ਗੌਰਮੈਂਟ ਜਿਹੜੇ ਕੋਈ ਸੰਵਿਧਾਨ ਦੇ ਰਾਖੇ ਨੇ ਅੱਜ ਬਣ ਰਹੇ ਨੇ ਜਾਂ ਕੁਝ ਹੋਰ ਨੇ, ਉਹਨਾਂ ਨੇ ਉਸ ਨੂੰ ਪੜ੍ਹਿਆ ਨਹੀਂ ਵੀ ਉਹਦੇ ਵਿੱਚ ਕੀ ਚੀਜ਼ ਸਹੀ ਲਿਖੀ ਹੈ। ਉਹਦੇ ਵਿੱਚ ਸਾਡੀਆਂ
ਸਾਨੂੰ ਆਜ਼ਾਦੀ ਦਿੱਤੀ ਗਈ ਹੈ, ਸਾਨੂੰ ਬੋਲਣ ਦੀ ਆਜ਼ਾਦੀ ਹੈ, ਸਾਨੂੰ ਪ੍ਰੋਟੈਸਟ ਕਰਨ ਦੀ ਆਜ਼ਾਦੀ ਹੈ। ਉਹਨਾਂ ਨੇ ਜੇਕਰ ਉਹ ਸੰਵਿਧਾਨ ਪੜ੍ਹਿਆ ਹੁੰਦਾ ਚੰਗੀ ਤਰ੍ਹਾਂ ਤਾਂ ਸਾਨੂੰ ਹਰਿਆਣੇ ਵਿੱਚ ਰੋਕਦੇ ਨਾ। ਮੈਂ ਗੌਰਮੈਂਟ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਕਿਹੜੀ ਨੀਂਦੇ ਸੌਂ ਗਏ ਹੋ, ਤੁਸੀਂ ਕਿਹੜੀ ਨੀਂਦੇ ਸੌਂ ਗਏ ਹੋ ਕਿ ਤੁਹਾਨੂੰ ਇੰਨੇ ਲੋਕ ਰਾਤਾਂ ਨੂੰ ਜਾਗਦੇ ਹੀ ਨਹੀਂ ਦਿਸਦੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਲੋਕ ਮਸਲੇ। ਤੇ ਅੱਜ ਅਸੀਂ ਪਹੁੰਚੇ ਹਾਂ ਇੱਥੇ ਜਿਹੜਾ ਕਿਸਾਨੀ ਸੰਘਰਸ਼ ਹੈ ਸਿੰਘੂ ਬਾਰਡਰ ਦੇ ਉੱਤੇ, ਜਿਹੜੇ ਕਿ 18 ਦਿਨ ਬੀਤ ਚੁੱਕੇ ਨੇ ਕਿਸਾਨਾਂ ਨੂੰ ਇਸ ਸੰਘਰਸ਼ ਦੇ ਵਿੱਚ ਲੱਗਿਆਂ ਨੂੰ। ਲਗਾਤਾਰ ਜਿਹੜੀ ਗਿਣਤੀ ਹੈ, ਇਕੱਠ ਹੈ, ਜਿਹੜਾ ਸੈਲਾਬ ਹੈ ਇਹਨਾਂ ਦਾ, ਇਹ ਲਗਾਤਾਰ ਵੱਧਦਾ ਜਾ ਰਿਹਾ ਹੈ। ਅਤੇ ਇਸ ਦੇ ਨਾਲ ਹੀ ਸਟੇਜ ਤੋਂ ਕਰੀਬ 500 ਕੁ ਮੀਟਰ ਦੀ ਦੂਰੀ ਤੇ ਇੱਕ ਜਿਹੜਾ ਕਿਤਾਬਾਂ ਦਾ ਇਹਨਾਂ ਨੇ ਚਲਾ ਰਹੇ ਨੇ, ਜਿਹੜੀ ਫ੍ਰੀ ਸੇਵਾ ਹੈ ਜਿਹੜੀ ਇਹਨਾਂ ਦੇ ਵੱਲੋਂ ਚਲਾਈ ਜਾ ਰਹੀ ਹੈ, ਤਾਂ ਜੋ ਗਿਆਨ ਦਾ ਜਿਹੜਾ ਪੱਧਰ ਹੈ ਉਹ ਲੋਕਾਂ ਦਾ ਵਧੇਰੇ ਉੱਚਾ ਹੋ ਸਕੇ। ਜੰਗੀ ਕਿਤਾਬ ਲਾਇਬ੍ਰੇਰੀ ਹੈ, ਜਿਹੜੀ ਜੰਗੀ ਲਾਇਬ੍ਰੇਰੀ ਉਹਦਾ ਨਾਮ ਰੱਖਿਆ ਗਿਆ, ਤੇ ਉਸ ਦੇ ਜਿਹੜੇ ਮੁਖੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਮਾਤਾ ਗੁਜਰੀ ਕਾਲਜ ਤੋਂ ਜਸਵੀਰ ਸਿੰਘ। ਤੇ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਆਪ ਜੀ ਦਾ ਸਵਾਗਤ ਹੈ, ਤੁਸੀਂ ਸਾਡੇ ਕੋਲ ਪਹੁੰਚੇ ਹੋ, ਧੰਨਵਾਦ ਜੀ। ਅੱਛਾ, ਇਹ ਜਿਹੜਾ ਕਿਸਾਨੀ ਸੰਘਰਸ਼ ਹੈ ਜਿਹੜਾ ਬੜਾ ਲੰਬਾ ਰੁਖ ਲੈ ਚੁੱਕਾ ਹੈ, ਬੜੀ ਲੰਬੀ ਇਸ ਨੇ ਜਿਹੜੀ ਆਪਣੇ ਮੈਦਾਨ ਦੇ ਵਿੱਚ ਜੰਗ ਲੜੀ ਹੈ, ਪਹਿਲਾਂ ਪੰਜਾਬ ਦੇ ਵਿੱਚ ਕਹਿ ਲਈਏ ਜਾਂ ਹੁਣ ਅੱਜ ਇੱਥੇ ਦਿੱਲੀ ਮੋਰਚੇ ਤੇ ਆਣ ਕੇ ਲੜੀ ਹੈ, ਹੈ ਨਾ। ਕੀ ਲੱਗਦਾ ਕਿ ਇਹ ਅੰਦੋਲਨ ਜਿਹੜੇ ਜਦੋਂ ਵੀ ਉੱਠਿਆ ਇੱਕ ਵੱਡੀ ਲੋਕ ਲਹਿਰ ਬਣ ਕੇ ਕੁਝ ਨਾ ਕੁਝ ਖੱਟਿਆ ਇਸ ਦੇਸ਼ ਨੇ, ਤੇ ਇਸ ਦੀ ਸ਼ੁਰੂਆਤ ਕਿਸਾਨੀ ਅੰਦੋਲਨ ਦੀ ਕਦੋਂ ਹੋਈ ਸੀ? ਥੋੜਾ ਜਿਹਾ ਵਿਸਤਾਰ ਨਾਲ ਸਾਡੇ ਦਰਸ਼ਕਾਂ ਨੂੰ ਦੱਸੋ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜਾ ਸੰਘਰਸ਼ ਹੈ, ਜਿਹੜੀ ਲੋਕ ਲਹਿਰ ਹੈ, ਹਮੇਸ਼ਾ ਕੁਝ ਖੱਟ ਕੇ ਨਿਕਲੀ ਹੈ। ਬਿਲਕੁਲ ਜੀ, ਅਸੀਂ ਇਹ ਗੱਲ ਨੂੰ ਆਪਾਂ ਥੋੜਾ ਜਿਹਾ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਆਪਣੀ ਹਿਸਟਰੀ ਨੂੰ ਥੋੜਾ ਜਿਹਾ ਵਾਚ ਲਈਏ। ਉਹਦਾ ਕਾਰਨ ਕਿ ਵੀ ਅੱਜ ਤੱਕ ਦੁਨੀਆ ਤੇ ਕੋਈ ਵੀ ਸੰਘਰਸ਼ ਨੇ, ਉਹ ਸੰਘਰਸ਼ ਦਾ ਰੂਪ ਉਦੋਂ ਬਣਦੇ ਨੇ ਜਦੋਂ ਜਿਹੜਾ ਰਾਜ ਕਰਨ ਵਾਲਾ ਤਬਕਾ ਹੈ ਉਹ ਆਮ ਲੋਕਾਂ ਨੂੰ ਦਬਾ ਦੇਵੇ। ਤੇ ਜੇਕਰ ਪਿੱਛੇ ਦੀ ਮੈਂ ਕਹਿ ਰਿਹਾ ਸੀ ਇਹ ਹਿਸਟਰੀ ਦੀ ਗੱਲ ਕਰੀਏ, ਹਿਸਟਰੀ ਵਿੱਚ ਸਾਡੇ ਜਿੰਨੇ ਵੀ ਸੰਘਰਸ਼ ਲੜੇ ਗਏ ਨੇ, ਮੈਂ ਸੰਘਰਸ਼ 1920 ਤੋਂ ਸ਼ੁਰੂ ਕਰਾਂ ਤਾਂ 1920 ਵਿੱਚ ਇੱਕ ਸੰਘਰਸ਼ ਉੱਠਿਆ ਸੀ ਜਿਹਨੂੰ ਆਪਾਂ ਕਹਿ ਲਈਏ ਵੀ ਇੱਕ ਗੁਰਦੁਆਰਾ ਸੁਧਾਰ ਲਹਿਰ ਦਾ ਨਾਮ ਦਿੱਤਾ ਗਿਆ ਸੀ। ਉਸ ਤੋਂ ਲੈ ਕੇ ਉਹ ਅੱਜ ਤੋਂ 100 ਸਾਲ ਬੀਤ ਚੁੱਕੇ ਨੇ। 100 ਸਾਲ ਬੀਤਣ ਤੋਂ ਬਾਅਦ ਜਦੋਂ ਉਹ ਸੰਘਰਸ਼ ਲੜਿਆ ਗਿਆ ਸੀ, ਉਹ ਸੰਘਰਸ਼ ਦਾ ਮੇਨ ਮੋਟਿਵ ਇਹ ਸੀ ਕਿ ਅਸੀਂ ਗੁਰਦੁਆਰੇ ਆਜ਼ਾਦ ਕਰਾਉਣੇ ਨੇ। ਜਿਵੇਂ ਕਿ ਇਸ ਸੰਘਰਸ਼ ਦਾ ਮੇਨ ਇਹੀ ਮੋਟਿਵ ਆ ਕਿ ਅਸੀਂ ਬਿੱਲ ਵਾਪਸ ਕਰਾਉਣੇ ਨੇ, ਉਸ ਸੰਘਰਸ਼ ਦਾ ਵੀ ਸੀ ਕਿ ਅਸੀਂ ਗੁਰਦੁਆਰੇ ਜਿਹੜੇ ਨੇ ਅਸੀਂ ਆਜ਼ਾਦ ਕਰਾਉਣੇ ਨੇ। ਤਾਂ ਉਹ ਆਜ਼ਾਦੀ, ਗੁਰਦੁਆਰਿਆਂ ਦੀ ਆਜ਼ਾਦੀ ਨੇ ਜੇ ਆਪਾਂ ਗੱਲ ਕਰੀਏ ਤਾਂ ਸਾਡੇ ਦੇਸ਼ ਨੂੰ ਆਜ਼ਾਦ ਕਰਾ ਦਿੱਤਾ। ਜਦੋਂ ਗੁਰਦੁਆਰੇ ਆਜ਼ਾਦ ਕਰਾਉਂਦੇ ਨੇ, ਜਦੋਂ ਧਾਰੂਵਾਲੀ ਉਹਨੇ ਅੱਗੇ ਹੋ ਕੇ ਚੱਲਦੇ ਨੇ, ਗੁਰਦੁਆਰੇ ਆਜ਼ਾਦ ਹੁੰਦੇ ਨੇ, ਤਾਂ ਜਿਹੜੀ ਸਾਡੀ ਇੰਡੀਆ ਦੀ ਹੋਰ ਜਿਹੜੇ ਸੰਘਰਸ਼ਸ਼ੀਲ ਜਾਂ ਹੋਰ ਕਹਿ ਲਓ ਵੀ ਨੇਤਾਵਾਂ ਸੀ, ਉਹਨਾਂ ਦੀ ਨਿਗਾਹ ਸਾਡੇ ਪੰਜਾਬ ਨੂੰ ਫੋਕਸ ਕਰ ਗਈ ਵੀ ਪੰਜਾਬ 'ਚ ਇਸ ਤਰ੍ਹਾਂ ਦੇ ਲੋਕ ਦੇ ਵਾਸਾ ਵਾ ਜਿਹੜੇ ਲੋਕ ਬੜੇ ਪੀਸਫੁਲੀ ਰਹਿ ਕੇ ਬਿਨਾਂ ਕਿਸੇ ਲੜਾਈ ਤੋਂ ਆਜ਼ਾਦ ਕਰਾ ਲੈਂਦੇ ਨੇ। ਅੰਗਰੇਜ਼ ਹਕੂਮਤ ਦਾ ਉਸ ਸਮੇਂ ਪਹਿਰਾ ਸੀ ਤਾਂ ਉਸ ਨੂੰ ਨਰੈਣੂ ਮਹੰਤਾਂ ਵਰਗੇ ਉਸ ਗੁਰਦੁਆਰਿਆਂ ਨੂੰ ਬਚਾਉਂਦੇ ਸੀ, ਤਾਂ ਉਹਨਾਂ ਨੂੰ ਬਿਨਾਂ ਜਾਣੀ ਕਿ ਹਥਿਆਰਾਂ ਨਾਲ ਅਸੀਂ ਉਹ ਗੁਰਦੁਆਰੇ ਜਦੋਂ ਆਜ਼ਾਦ ਕਰਾਏ ਤਾਂ ਉਸ ਸਮੇਂ ਦੇ ਜਿਹੜੇ ਯੋਧੇ ਸੀ ਉਹਨਾਂ ਨੂੰ ਪਤਾ ਲੱਗਾ ਵੀ ਪੰਜਾਬ ਤੇ ਫੋਕਸ ਕੀਤਾ ਜਾਵੇ, ਇਹ ਬਹੁਤ ਹੀ ਸੰਘਰਸ਼ਸ਼ੀਲ ਯੋਧੇ ਨੇ, ਇਹ ਬੜਾ ਪੀਸਫੁਲੀ ਚੱਲਦੇ ਨੇ। ਤਾਂ ਉਦੋਂ ਲੰਮੇ ਸਮੇਂ ਤੋਂ ਸੰਘਰਸ਼ ਦਾ ਰੂਪ ਬਦਲਦਿਆਂ ਉਹਨਾਂ ਯੋਧਿਆਂ ਨੇ, ਜੇਕਰ ਗੱਲ ਕਰੀਏ 1931 ਦੇ ਵਿੱਚ ਦਿੱਲੀ ਦੇ ਵਿੱਚ ਇੱਕ ਮੀਟਿੰਗ ਹੋਈ ਸੀ, ਉਸ ਮੀਟਿੰਗ ਦੇ ਵਿੱਚ ਕਹਿ ਕੇ ਸਿੱਖ ਕੁਛ ਨੁਮਾਇੰਦੇ ਸੀ ਜਿਹੜੇ ਮੂਹਰੇ ਲਾਏ ਸੀ, ਉਹ ਸਿੱਖ ਨੁਮਾਇੰਦੇ ਮੂਹਰੇ ਲਾਉਣ ਦੇ ਬਾਅਦ 1947 ਵਿੱਚ ਸਾਡਾ ਦੇਸ਼ ਦੀ ਆਜ਼ਾਦੀ ਵਿੱਚ ਸਾਡਾ ਮੁੱਖ ਹਿੱਸਾ ਸਾਡਾ ਉਸ ਬਣਦਾ। ਤਾਂ ਉਹ ਸੰਘਰਸ਼ ਦੇ ਵਿੱਚੋਂ 1920 ਵਿੱਚ ਜਦੋਂ ਗੁਰਦੁਆਰੇ ਆਜ਼ਾਦ ਹੁੰਦੇ ਨੇ, ਉਹ ਗੁਰਦੁਆਰੇ ਆਜ਼ਾਦ ਤੋਂ ਬਾਅਦ ਇੱਕ ਉੱਥੋਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਤੇ ਬਣ ਜਾਂਦੀ ਹੈ, ਤਾਂ ਉੱਥੋਂ ਵਿੱਚ ਇੱਕ ਪਾਰਟੀ ਦਾ ਉਥੈਨ ਹੋ ਜਾਂਦਾ ਹੈ ਜਿਹਨੂੰ ਕਹਿ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਦਿੱਤਾ ਗਿਆ। ਉਸ ਪਾਰਟੀ ਨੇ ਸਾਡੇ ਜ਼ਿਮੀਂਦਾਰ ਵਰਗ ਤੇ ਸਾਡੇ ਪੰਜਾਬ ਦੇ ਖੇਤੀ ਵਾਲੇ ਜਿੰਨੇ ਵੀ ਜਾਂ ਹੋਰ ਨੇ ਆਮ ਲੋਕ ਨੇ ਉਹਨਾਂ ਨੇ ਫੋਕਸ ਕੀਤਾ, ਉਹਨਾਂ ਤੇ ਆਪਣੀ ਰਾਜਨੀਤੀ ਕਰਦਾ ਸਮਾਂ ਬੀਤਦਾ ਗਿਆ। ਤੇ ਸਮਾਂ ਬੀਤਣ ਦੇ ਨਾਲ 100 ਸਾਲ ਬਾਅਦ ਅੱਜ ਉਸ ਪਾਰਟੀ ਦਾ ਬਿਲਕੁਲ ਪਤਨ ਹੋ ਚੁੱਕਾ। ਤੁਸੀਂ ਵੇਖ ਲਓ ਵੀ ਜਿੱਥੇ ਅੱਗੇ ਲੋਕੀ ਮਹਿਸੂਸ ਕਰਦੇ ਸੀ ਜੀ ਮੈਂ ਅਕਾਲੀ ਦਲ ਹਾਂ, ਤੁਸੀਂ ਆਪ ਪੱਤਰਕਾਰ ਹੋ,
ਤਾਂ ਵੇਖ ਸਕਦੇ ਹੋ ਵੀ ਅੱਜ ਕੱਲ ਇਸ ਗੱਲ ਨੂੰ ਕਹਿਣ ਤੇ ਵੀ ਲੋਕੀ ਸ਼ਰਮ ਫੀਲ ਕਰਦੇ ਨੇ ਵੀ ਅਸੀਂ ਉਸ ਦੇ ਕਿ ਉਸ ਪਾਰਟੀ ਦਾ ਉਥੈਨ ਜੋ ਹੋਇਆ ਸੀ, ਸਮਾਂ ਬਣਿਆ, ਸੰਘਰਸ਼ ਚੱਲਿਆ, ਸੰਘਰਸ਼ 'ਚੋਂ ਪਾਰਟੀ ਦਾ ਉਥੈਨ ਹੋਇਆ, ਪਰ ਸਮੇਂ ਬਾਅਦ ਉਹ ਪਾਰਟੀ ਖਤਮ ਹੋ ਗਈ। ਤਾਂ ਇਸੇ ਦੇ ਨਾਲ ਹੀ ਜੋ ਆ ਸੰਘਰਸ਼ ਚੱਲਿਆ, ਇਹ ਸੰਘਰਸ਼ ਦਾ ਜੇ ਰੂਪ ਕਹੀਏ ਤਾਂ ਜਿਹੜੇ ਆਮ ਲੋਕ ਨੇ, ਜਿਹੜੇ ਜ਼ਿਮੀਂਦਾਰ ਵਰਗ ਹੈ, ਚਾਹੇ ਕੋਈ ਵੀ ਵਰਗ ਹੈ, ਉਹ ਵਰਗ ਉਹਨਾਂ ਨੇ ਕਈ ਵਰਗ ਪਹਿਲਾਂ ਦਬਾਈ ਸੀ, ਮੁਸਲਿਮ ਲੀਗ ਨੂੰ ਦਬਾ ਦਿਆ, ਨੱਪ ਲਿਆ, ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਨੋਟਬੰਦੀ ਕਰ ਲਈ। ਤਾਂ ਆਮ ਲੋਕਾਂ ਦਾ ਇਹਦੇ ਵਿੱਚ ਗਲ ਘੁੱਟਣਾ ਸ਼ੁਰੂ ਹੋ ਗਿਆ। ਜਦੋਂ ਗੱਲ ਤੇ ਗੱਲ ਆ ਗਈ ਤਾਂ ਉਹਨਾਂ ਨੇ ਕੋਵਿਡ ਦਾ ਇੱਕ ਦੌਰ ਦੇ ਵਿੱਚ ਇੱਕ 3 ਫਾਰਮਰ ਸੁਸਾਈਡ ਬਿੱਲ, ਜਿਨ੍ਹਾਂ ਨੂੰ ਮੈਂ ਉਸ ਦਾ ਨਾਮ ਰੱਖਿਆ ਹੋਇਆ ਫਾਰਮਰ ਸੁਸਾਈਡ ਬਿੱਲ, ਸਾਡੀ ਝੋਲੀ ਦੇ ਵਿੱਚ ਪਾ ਦਿੱਤੇ। ਉਹ ਬਿੱਲ ਜਿਹੜੇ ਸਾਡੀਆਂ ਨਸਲਾਂ, ਸਾਡੀਆਂ ਫਸਲਾਂ ਤੇ ਸਾਡੀ ਹੋਂਦ ਦਾ ਇੱਕ ਚਿੰਨ੍ਹ ਬਣ ਕੇ ਸੀ ਵੀ ਇਹ ਜੇ ਲਾਗੂ ਹੁੰਦੇ ਆ ਤਾਂ ਸਾਡੀ ਬਿਲਕੁਲ ਹੋਂਦ ਖਤਮ ਹੋ ਜਾਣੀ ਹੈ। ਉਸ ਹੋਂਦ ਨੂੰ ਬਚਾਉਣ ਦੇ ਲਈ ਸਾਡੇ ਬਹੁਤ ਸੰਘਰਸ਼ਸ਼ੀਲ ਯੋਧੇ, ਜੋ ਸਾਡੇ ਨੌਜਵਾਨ, ਜੇ ਕਹਿ ਲਈਏ ਕਿ ਪਿੱਛੇ ਸਮੇਂ ਤੋਂ ਸਾਡੇ ਨੌਜਵਾਨ ਕਈ ਇਸ ਸੰਘਰਸ਼ਾਂ ਨਾਲ ਅਪਡੇਟ ਨਹੀਂ ਸੀ, ਕਹਿ ਦਿੰਦੇ ਸੀ ਵੀ ਇਹ ਤਾਂ ਵਿਹਲੇ ਬੈਠੇ ਨੇ, ਇਸ ਤਰ੍ਹਾਂ ਨਹੀਂ। ਉਹ ਯੋਧੇ, ਉਹ ਨੌਜਵਾਨ ਅੱਜ ਪੰਜਾਬ ਤੋਂ ਉੱਠ ਕੇ ਹਰਿਆਣਾ ਦੇ ਕਈ ਬਾਰਡਰ ਕ੍ਰੋਸ ਕਰਕੇ, ਹਰਿਆਣਾ ਦੇ ਕਈ ਬੈਰੀਅਰ ਤੋੜ ਕੇ, ਪਾਸੇ ਹਟਾ ਕੇ ਅਸੀਂ ਦਿੱਲੀ ਦੇ ਵਿੱਚ ਉਸ ਜੋ ਗੌਰਮੈਂਟ ਹੈ, ਉਹ ਗੌਰਮੈਂਟ ਜਿਹੜੀ ਆਮ ਲੋਕਾਂ ਲਈ ਬਣੀ ਸੀ ਤੇ ਆਮ ਲੋਕਾਂ ਲਈ ਬਣਦੀ ਉਹ ਅੱਜ ਖਾਸ ਲੋਕਾਂ ਦੇ ਲਈ ਉਹ ਰਹਿ ਗਈ। ਸਾਡਾ ਉਹਦੇ ਵਿੱਚ ਆਮ ਲੋਕਾਂ ਦਾ ਕੁਝ ਨਹੀਂ ਰਿਹਾ। ਉਸ ਗੌਰਮੈਂਟ ਨੇ ਇੰਨਾ ਕੁ ਜ਼ਿਆਦਾ ਦਬਾਇਆ, ਦਬਾਅ ਦਾ ਹੀ ਇੱਕ ਰੂਪ ਇਹ ਸੰਘਰਸ਼ ਨਿਕਲਿਆ। ਇਸ ਸੰਘਰਸ਼ ਦੀ ਜੇ ਗੱਲ ਕਰੀਏ ਤਾਂ ਪੰਜਾਬ 'ਚ ਅੱਜ ਤੋਂ 3 ਮਹੀਨੇ 2.5 ਮਹੀਨੇ ਪਹਿਲਾਂ ਦਾ ਸ਼ੁਰੂ ਹੋਇਆ ਸੰਘਰਸ਼। ਉਸ ਦੇ ਵਿੱਚ ਨਿੱਕੀਆਂ ਮੂਵਮੈਂਟਾਂ ਹੁੰਦੀਆਂ ਰਹੀਆਂ। ਤਾਂ ਜਿਹੜੀ ਇੰਡੀਅਨ ਗੌਰਮੈਂਟ ਆ ਜਾਂ ਨੈਸ਼ਨਲ ਮੀਡੀਆ, ਇਹਨੇ ਸਾਨੂੰ ਪੰਜਾਬ 'ਚ ਜਾ ਕੇ ਕਵਰ ਨਹੀਂ ਕੀਤਾ। ਤੋ ਉਹ ਜਦੋਂ ਸਾਨੂੰ ਉੱਥੇ ਜਾ ਕੇ ਸਾਨੂੰ ਕੋਈ ਵਾਚ ਨਹੀਂ ਕਰ ਰਿਹਾ, ਸਾਨੂੰ ਕੋਈ ਦੇਖ ਨਹੀਂ ਰਿਹਾ, ਅਸੀਂ ਬੈਠੇ ਹੋਏ ਹਾਂ, ਤਾਂ ਸਾਡੀ ਆਵਾਜ਼ ਨਹੀਂ ਸੁਣੀ ਜਾਂਦੀ। ਪਰ ਉਸ ਆਵਾਜ਼ ਨੂੰ ਸਾਡੇ ਨੁਮਾਇੰਦਿਆਂ ਨੇ, ਜਿਹੜੇ ਸਾਡੇ ਆਗੂ ਨੇ, ਉਹਨਾਂ ਨੇ ਇਸ ਨੂੰ ਫੈਸਲਾ ਲਿਆ ਕਿ ਆਪਾਂ ਇਸ ਦੀ ਆਵਾਜ਼ ਜੋ ਆਪਣੀ ਦਿੱਲੀ ਜਾਣਾ ਪਊਗਾ, ਉੱਥੇ ਜਾ ਕੇ ਆਪਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਊਗੀ। ਤਾਂ ਉੱਥੋਂ ਆਪਣਾ 26-27 ਦਾ ਜੋ ਪ੍ਰੋਗਰਾਮ ਉਲੀਕਿਆ ਸੀ, ਉਹਦੇ ਰਾਹੀਂ ਅਸੀਂ ਦਿੱਲੀ ਵਿੱਚ ਪਹੁੰਚਿਆ। ਰਸਤੇ ਵਿੱਚ ਕਾਫੀ ਮੁਸ਼ਕਲਾਂ ਆਈਆਂ ਨੇ, ਪਰ ਸੰਘਰਸ਼ਾਂ ਵਿੱਚ ਮੁਸ਼ਕਲਾਂ ਦਾ ਆਉਣਾ ਬਹੁਤ ਜ਼ਰੂਰੀ ਹੈ। ਜੇਕਰ ਸੰਘਰਸ਼ ਬਿਨਾਂ ਮੁਸ਼ਕਲਾਂ ਤੋਂ ਲੜੇ ਜਾਣ, ਮੈਨੂੰ ਨਹੀਂ ਲੱਗਦਾ ਕਿ ਉਹ ਸੰਘਰਸ਼ ਕਦੇ ਜਾਣੀ ਕਿ ਸਿਖਰ ਤੇ ਜਾਂਦੇ ਨੇ। ਅੱਜ ਜੋ ਸਾਡਾ ਇਹ ਸੰਘਰਸ਼ ਹੈ, ਜੋ ਇਸ ਦਾ ਰੂਪ ਬਣ ਚੁੱਕਾ ਹੈ, ਰੂਪ ਅੱਗੇ ਸੀ ਕਿਸਾਨਾਂ ਦਾ ਅੰਦੋਲਨ, ਅੱਜ ਹੋ ਗਿਆ ਜਨ ਅੰਦੋਲਨ। ਜਨ ਅੰਦੋਲਨ ਤੋਂ ਵੀ ਜੇ ਮੈਂ ਥੱਲੇ ਜਾ ਕੇ ਗੱਲ ਕਰਾਂ ਤਾਂ ਇਹ ਅੰਦੋਲਨ ਇੱਕ ਜੀਵ ਤੋਂ ਲੈ ਕੇ ਇੱਕ ਜਹਾਜ਼ ਤੱਕ ਦਾ ਅੰਦੋਲਨ ਬਣ ਗਿਆ। ਜੀਵ ਤੋਂ ਲੈ ਕੇ ਕਿ ਕਿਸਾਨ ਫਸਲ ਕੱਟਦਾ, ਉਹਦੀ ਕੁਛ ਫਸਲ ਦੇ ਦਾਣੇ ਜੋ ਜ਼ਮੀਨ ਵਿੱਚ ਡਿੱਗ ਪੈਂਦੇ ਨੇ, ਉਹਨੂੰ ਜੀਵ ਚੁੱਕਦਾ ਹੈ। ਤੇ ਉਸੇ ਗੱਲ ਤੋਂ ਲੈ ਕੇ ਚੱਲੀਏ ਤਾਂ ਆਪਾਂ ਇਹ ਕਿਸਾਨ ਦੀ ਫਸਲ ਨੂੰ ਹੀ ਬਾਹਰ ਇੰਪੋਰਟ ਕਰਦੇ ਨੇ। ਕਿਸਾਨ ਜੀਵ ਤੋਂ ਲੈ ਕੇ ਜਹਾਜ਼ ਤੱਕ ਦਾ ਜਿਹੜਾ ਸਫ਼ਰ ਆ, ਉਹ ਕਿਸਾਨੀ ਨਾਲ ਹੀ ਹੁੰਦਾ ਹੈ। ਤੇ ਅੱਜ ਇਹ ਗੌਰਮੈਂਟ ਸਾਡੇ ਕਿਸਾਨ ਵੀਰਾਂ ਨੂੰ, ਸਾਡੇ ਕਿਸਾਨੀ ਨੂੰ ਖਤਮ ਕਰਨ ਤੇ ਤੁਲੀ ਆ। ਉਸ ਦੇ ਵਿੱਚੋਂ ਹੀ ਇਹ ਸੰਘਰਸ਼ ਉਪਜਿਆ ਤੇ ਇਹ ਸੰਘਰਸ਼ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਨੇ। ਅੱਛਾ, ਇੱਕ ਸਵਾਲ ਕਰਦੇ ਹਾਂ ਕਿ ਜਿਹੜਾ ਤੁਸੀਂ ਦੱਸਿਆ ਵੀ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨਿਰਮਾਣ ਹੋਇਆ ਸੀ, ਪਹਿਲੇ ਜਿਹੜੀਆਂ ਜੰਗਾਂ ਹੋਈਆਂ ਨੇ ਜਾਂ ਸੰਘਰਸ਼ ਹੋਏ ਨੇ, ਤੁਹਾਨੂੰ ਕੀ ਲੱਗਦਾ ਵੀ ਇਹ ਵੀ ਇੱਕ ਲੋਕ ਲਹਿਰ ਬਣ ਚੁੱਕੀ ਹੈ? ਇਹਦੇ ਵਿੱਚੋਂ ਵੀ ਕੋਈ ਪਾਰਟੀ ਦਾ ਨਿਰਮਾਣ ਹੋ ਸਕਦਾ? ਦੇਖੋ ਜੀ, ਇਹਦੇ ਵਿੱਚ ਕਹਿਣ ਵਿੱਚ ਕੋਈ ਦੋ ਰਾਹ ਨਹੀਂ। ਇਹਦੇ ਵਿੱਚ ਬਹੁਤ ਸਾਰੀਆਂ ਸਟੇਟਾਂ, ਬਹੁਤ ਸਾਰੇ ਲੋਕ ਜੁੜ ਚੁੱਕੇ ਨੇ। ਜੇਕਰ ਉਹ ਐਡੇ ਸੰਘਰਸ਼ ਦੇ ਵਿੱਚੋਂ ਇੱਕ ਪਾਰਟੀ ਦਾ ਉਥੈਨ ਹੋਇਆ ਸੀ ਤਾਂ ਮੇਰੀ ਹੋ ਸਕਦਾ ਹੈ, ਮੇਰੀ ਸੋਚ ਗਲਤ ਹੋ ਸਕਦੀ ਹੈ, ਪਰ ਮੇਰੀ ਸੋਚ ਹੈ, ਮੈਂ ਬੋਲਣ ਦਾ ਮੈਨੂੰ ਅਧਿਕਾਰ ਹੈ। ਮੈਂ ਇਹ ਗੱਲ ਕਹਿ ਸਕਦਾ ਕਿ ਜਦੋਂ ਇਹ ਸੰਘਰਸ਼ ਦੀ ਜਿੱਤ ਹੁੰਦੀ ਹੈ, ਜਿੱਤ ਤੋਂ ਬਾਅਦ ਇੱਕ ਪਾਰਟੀ ਦਾ ਉਥੈਨ ਹੋਊਗਾ ਜਿਹੜੀ ਮਜ਼ਦੂਰਾਂ ਦੀ, ਕਿਸਾਨਾਂ ਦੀ ਤੇ ਆਮ ਲੋਕਾਂ ਦੀ ਪਾਰਟੀ ਹੋਵੇਗੀ। ਉਹ ਪਾਰਟੀ ਕੁਝ ਸਮਾਂ ਸਾਡੇ ਮੁੱਦੇ ਨੇ ਉਹਨਾਂ ਨੂੰ ਪ੍ਰਗਟ ਕਰੇਗੀ। ਮੈਨੂੰ ਜਾਣੀ ਕਿ ਮੇਰੀ ਸੋਚਣੀ ਇਹ ਹੈ ਕਿ ਮੈਨੂੰ ਲੱਗ ਰਿਹਾ ਕਿ ਕਾਫੀ ਦਿਨਾਂ ਤੋਂ ਇੱਥੇ ਅਸੀਂ ਬੈਠੇ ਹੋਏ ਹਾਂ, ਲੰਮੇ ਸਮੇਂ ਤੋਂ ਪੰਜਾਬ 'ਚ ਬੈਠ ਕੇ ਵਾਚ ਕਰਦੇ ਪਏ ਸੀ ਵੀ ਇੱਕ ਪੋਲੀਟੀਕਲ ਸਾਇੰਸ ਐਮਫਿਲ ਦਾ ਸਟੂਡੈਂਟ ਆ ਜੀ, ਇੱਕ ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਇੱਕ ਛੋਟਾ ਜਿਹਾ ਆਪਣੇ ਵੱਲੋਂ ਅੰਦਾਜ਼ਾ ਲਾ ਸਕਦਾ ਕਿ ਇਸ ਸੰਘਰਸ਼ ਦੇ ਵਿੱਚੋਂ ਇੱਕ ਪਾਰਟੀ ਦਾ ਉਥੈਨ ਹੋਵੇਗਾ। ਕਿਉਂਕਿ ਅੱਜ ਤੱਕ ਜਿੰਨੇ ਵੀ ਸੰਘਰਸ਼ ਹੋਏ ਨੇ, ਉਹਨਾਂ ਸੰਘਰਸ਼ਾਂ ਜਿੱਤਣ ਤੋਂ ਬਾਅਦ ਜਾਂ ਕੁਛ ਹੋਣ ਤੋਂ ਬਾਅਦ ਉਹਨਾਂ ਸੰਘਰਸ਼ਾਂ ਵਿੱਚੋਂ ਇੱਕ ਪਾਰਟੀ ਦਾ ਉਥੈਨ ਹੋਣਾ ਜ਼ਰੂਰੀ ਹੈ। ਤਾਂ ਮੈਂ ਉਸੇ ਗੱਲ ਤੇ ਆ ਰਿਹਾ ਕਿ ਇਸ ਸੰਘਰਸ਼ ਦੀਆਂ ਕੁਝ ਪ੍ਰਾਪਤੀਆਂ ਵੀ ਨੇ। ਇਹ ਸੰਘਰਸ਼ ਜੇ ਕਹੀਏ, ਇਹ ਕੋਸ਼ਿਸ਼, ਜਦੋਂ ਸੰਘਰਸ਼ ਉਦੋਂ ਫੇਲ ਹੁੰਦਾ ਜਦੋਂ ਪਿਛਲੇ ਲੋਕਾਂ ਨਾਲ ਰਾਬਤਾ ਟੁੱਟ ਜੇ। ਪਰ ਇਸ ਸੰਘਰਸ਼ ਦੀ ਇੱਕ ਪ੍ਰਾਪਤੀ ਹੈ ਕਿ ਇਸ ਸੰਘਰਸ਼ ਦੇ ਵਿੱਚ ਡੇਲੀ ਲੋਕ ਆਉਂਦੇ ਨੇ,
ਡੇਲੀ ਜਾਂਦੇ ਨੇ, ਡੇਲੀ ਸਾਡੇ ਰਾਸ਼ਨ ਪਾਣੀ ਇੱਥੇ ਆਉਂਦਾ ਹੈ ਜਾਂ ਵਧਿਆ ਜੋ ਵੀ ਅਸੀਂ ਹੋਰਾਂ ਥਾਈਂ ਵੰਡਣ ਜਾਂਦੇ ਆ। ਇਹ ਸੰਘਰਸ਼ ਦੇ ਵਿੱਚ ਜੇ ਗੱਲ ਕਰੀਏ ਤਾਂ ਪੰਜਾਬ ਦਾ ਹਰ ਇੱਕ ਨੌਜਵਾਨ ਜੋ ਸੁਹਿਰਦ ਦਿਮਾਗ ਵਾਲਾ ਪੜ੍ਹਿਆ ਲਿਖਿਆ ਨੌਜਵਾਨ ਆ ਉਹ ਇੱਥੇ ਪਹੁੰਚ ਰਿਹਾ। ਉਹ ਆਪਣੀ ਉੱਥੇ ਮੰਚ ਦੇ ਉੱਤੋਂ ਇੱਕ ਕਲੀਅਰ ਗੱਲਾਂ ਕਰਦਾ ਹੈ। ਉਹ ਕਿਸੇ ਭਗਰਾਟ ਦੇ ਵਿੱਚ ਨਹੀਂ ਹੈ, ਕਿਸੇ ਦਬਾਅ ਦੇ ਵਿੱਚ ਨਹੀਂ ਹੈ, ਬੜਾ ਪੀਸਫੁਲੀ ਚੱਲਦਾ ਆ ਰਿਹਾ। ਤਾਂ ਉਹ ਇਹ ਸੰਘਰਸ਼ ਦੀ ਇੱਕ ਬਹੁਤ ਵੱਡੀ ਜਿੱਤ ਹੈ। ਕਿਉਂਕਿ ਦੇਖੋ ਜੀ, ਤੁਸੀਂ ਜਿੱਥੇ ਨੋਟ ਕਰ ਸਕਦੇ ਹੋ, ਤੁਸੀਂ ਤਾਂ ਕੈਮਰਾਮੈਨ ਦੇ ਨਾਲ ਤੁਸੀਂ ਲੋਕਾਂ ਨੂੰ ਵਾਚ ਕੀਤਾ ਹੋਊਗਾ ਕਿੰਨੀ ਦੁਨੀਆ ਇੱਥੇ ਪਹੁੰਚੀ ਹੈ, ਪਰ ਹਜੇ ਤੱਕ ਕੋਈ ਵਾਹਿਗੁਰੂ ਦੀ ਕਲਾ ਵਰਤਦੀ ਹੈ ਜੋ ਵੀ ਕੁਛ ਹੈ, ਪਰ ਹਜੇ ਤੱਕ ਕੁਝ ਵੀ ਮਿਸ ਹੈਪਨਿੰਗ ਇਸ ਤਰ੍ਹਾਂ ਦੀ ਕੋਈ ਸਾਨੂੰ ਸੁਣਨ ਨੂੰ ਜਾਂ ਕੁਝ ਵੇਖਣ ਨੂੰ ਨਹੀਂ ਮਿਲੀ। ਇਹ ਸੰਘਰਸ਼ ਦੀ ਪਹਿਲੀ ਜੇ ਕਹੀਏ ਪ੍ਰਾਪਤੀ ਹੈ। ਦੂਜੀ ਪ੍ਰਾਪਤੀ ਕੀ ਹੈ? ਸਾਡੇ ਆਮ ਲੋਕ ਜਿਹੜੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਆਪਸ ਵਿੱਚ ਦੂਰੀਆਂ ਬਣਾ ਚੁੱਕੇ ਸੀ, ਉਹ ਸਾਡੇ ਲੋਕ ਆਪਸ ਵਿੱਚ ਇੱਕ ਦੂਜੀ ਦੇ ਨੇੜਤਾ ਦੇ ਵਿੱਚ ਆ ਗਏ। ਨੇੜਤਾ ਦੇ ਕਿਵੇਂ ਵਿੱਚ ਆ ਗਏ ਨੇ? ਜਿਵੇਂ ਪੁਰਾਤਨ ਸਮੇਂ ਦੇ ਵਿੱਚ ਜੇ ਗੱਲ ਕਰ ਲਈਏ ਤਾਂ ਜਦੋਂ ਕੋਈ ਸੰਘਰਸ਼ ਦੇ ਵਿੱਚ ਕੋਈ ਵੀ ਪਿੰਡ ਦੇ ਵਿੱਚੋਂ ਯੋਧਾ ਜਾਂਦਾ ਸੀ ਤਾਂ ਉਸ ਦੇ ਜਿਹੜਾ ਘਰ ਹੁੰਦਾ ਸੀ ਜਾਂ ਉਹਦੀ ਫਸਲ ਹੁੰਦੀ ਸੀ ਤਾਂ ਉਸ ਦੇ ਆਂਢ ਗੁਆਂਢ ਜਾਂ ਹੋਰ ਉਸ ਦੇ ਭਾਈ ਸੱਜਣ ਉਹਦੀ ਦੇਖ ਰੇਖ ਕਰਦੇ ਸੀ। ਤਾਂ ਸੇਮ ਉਸੇ ਤਰ੍ਹਾਂ ਹੀ ਇਸ ਵਾਰ ਹੋ ਰਿਹਾ ਕਿ ਜਿੰਨੇ ਵੀ ਸੰਘਰਸ਼ੀ ਵੀਰ ਇਹਨਾਂ 'ਚ ਆਏ ਨੇ, ਉਹਨਾਂ ਨੂੰ ਆਪਣੀਆਂ ਫਸਲਾਂ ਦਾ, ਆਪਣੇ ਪਰਿਵਾਰਾਂ ਦਾ, ਆਪਣੀਆਂ ਫਸਲ ਜੋ ਆਪਣੇ ਪਸ਼ੂ ਦਾ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ। ਜਿਹੜੇ ਲੋਕ ਆਪਸ ਵਿੱਚ ਪਾਰਟੀਆਂ 'ਚ ਪਾਟੇ ਹੋਏ ਸੀ, ਉਹਨਾਂ ਨੇ ਪਾਰਟੀਆਂ ਨੂੰ ਇੱਕ ਸਾਈਡ ਤੇ ਕਰਕੇ ਇਸ ਸੰਘਰਸ਼ ਵਿੱਚ ਯੋਗਦਾਨ ਇਹ ਪਾਇਆ ਕਿ ਤੁਸੀਂ ਉੱਥੇ ਸੰਘਰਸ਼ 'ਚ ਲੜ ਰਹੇ ਹੋ, ਅਸੀਂ ਤੁਹਾਡੇ ਪਰਿਵਾਰ ਦੀ ਰਾਖੀ ਕਰਾਂਗੇ, ਅਸੀਂ ਤੁਹਾਡੇ ਫਸਲਵਾੜੀ ਦੀ ਰਾਖੀ ਕਰਾਂਗੇ। ਇਹ ਮੈਂ ਗਰਾਊਂਡ ਰਿਐਲਿਟੀ ਦੀ ਗੱਲ ਕਰਦਾ ਕਿਉਂਕਿ ਜਿਸ ਪਿੰਡ ਤੋਂ ਮੈਂ ਬਿਲੋਂਗ ਕਰਦਾ, ਸਾਡੇ ਪਿੰਡ ਵਿੱਚ ਪਾਰਟੀਬਾਜ਼ੀ ਦਾ ਬਹੁਤ ਜ਼ਿਆਦਾ ਪੱਧਰ ਯਾਨੀ ਕਿ ਪਾਰਟੀਬਾਜ਼ੀ ਬਣ ਚੁੱਕੀ ਸੀ। ਪਰ ਇਸ ਸੰਘਰਸ਼ ਦੇ ਸਾਡੇ ਪਿੰਡ ਦੇ ਵਿੱਚੋਂ ਪਾਰਟੀਆਂ ਦਾ ਕਿਤੇ ਨਾ ਬਹੁਤ ਗਿਣਤੀ ਵਿੱਚ ਉਹ ਪਾਰਟੀਆਂ ਦੀ ਹੋਂਦ ਨੂੰ ਖਤਮ ਕਰ ਰਹੇ ਨੇ। ਮੈਂ ਇਹੀ ਗੱਲ ਕਹਿ ਰਿਹਾ ਕਿ ਜਦੋਂ ਇਸ ਤਰ੍ਹਾਂ ਦੇ ਮੁੱਦੇ ਜਦੋਂ ਅਸੀਂ ਇਹ ਸਾਡੀ ਜਿੱਤ ਹੋ ਜਾਏਗੀ, ਅਸੀਂ ਇਹ ਜਿੱਤ ਤੋਂ ਐਡੀ ਵੱਡੀ ਪੋਜ਼ਿਟਿਵਿਟੀ ਮਿਲ ਜਾਏਗੀ ਕਿ ਅਸੀਂ ਪੰਜਾਬ 'ਚ ਜਾ ਕੇ, ਪਿੰਡਾਂ ਵਿੱਚ ਜਾ ਕੇ, ਅਸੀਂ ਆਪਣੇ ਖੇਤਰਾਂ ਵਿੱਚ ਜਾ ਕੇ ਇੱਕ ਵਧੀਆ ਸਮਾਜ ਅਸੀਂ ਸਿਰਜ ਲੈਣਾ ਹੈ। ਸਿਰਜਣਾ ਨਹੀਂ, ਅਸੀਂ ਸਮਾਜ ਉਹ ਸਿਰਜ ਲੈਣਾ ਹੈ। ਅਸੀਂ ਕਿਉਂਕਿ ਅੱਗੇ ਵਾਲੇ ਪੰਜਾਬ ਦੀ ਜੇ ਕਹਿ ਲਈਏ ਉਹ ਤਸਵੀਰ ਤੁਸੀਂ ਅਨਪੜ੍ਹ ਪੰਜਾਬ ਨਹੀਂ ਕਹਿ ਸਕਦੇ, ਤੁਸੀਂ ਇਸ ਨੂੰ ਖਾੜਕੂ ਪੰਜਾਬ ਨਹੀਂ ਕਹਿ ਸਕਦੇ, ਤੁਸੀਂ ਕੁਛ ਇਸ ਤਰ੍ਹਾਂ ਹੁਣ ਪੰਜਾਬ ਨੂੰ ਨਹੀਂ, ਹੁਣ ਪੰਜਾਬ ਦਾ ਨੌਜਵਾਨ ਜਾਗ ਚੁੱਕਾ ਹੈ। ਹੁਣ ਪੰਜਾਬ ਦਾ ਤੁਸੀਂ ਵੀ ਨੋਟ ਕਰ ਸਕਦੇ ਹੋ ਕਿਉਂਕਿ ਸਰਵੇ ਕਰਨਾ ਮੇਰਾ ਵੀ ਫੀਲਡ ਹੈ ਜੀ। ਅਲੱਗ-ਅਲੱਗ ਕਈਆਂ ਚੀਜ਼ਾਂ ਤੇ ਹੁੰਦਾ ਵੀ ਕੋਸ਼ਿਸ਼ ਆ, ਸਰਵੇ ਹੁੰਦਾ ਰਹੇ। ਇੱਕ ਅਕਸਰ ਜਿਹੜੇ ਵੀ ਹੱਕਾਂ ਦੇ ਲਈ ਅੱਜ ਤੱਕ ਲੜੇ ਨੇ ਜੀ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਚਾਹੇ ਕੋਈ ਵੀ ਕਿਸੇ ਵੀ ਫੀਲਡ ਉਹ ਸਮਾਜ ਚੋਂ ਨਿਕਲਿਆ ਹੋਵੇ, ਹੈ ਨਾ ਜੀ, ਤੇ ਉਹਨਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੱਕਾਂ ਦੇ ਲਈ ਆਪਣੀ ਜਾਨ ਗਵਾਈ ਆ, ਉਹਨਾਂ ਨੂੰ ਕਈ ਵਾਰ ਆਪਾਂ ਕਹਿ ਦਿੰਦੇ ਆ, ਲੋਕ ਕਹਿ ਦਿੰਦੇ ਨੇ ਜਾਂ ਨੈਸ਼ਨਲ ਮੀਡੀਆ ਕਹਿ ਦਿੰਦੇ ਨੇ ਵੀ ਇਹ ਤਾਂ ਖਾੜਕੂ ਸੀ, ਹੈ ਨਾ ਜੀ, ਤੇ ਆਪਣੇ ਕਈਆਂ ਲਈ ਯੋਧੇ ਹੁੰਦੇ ਨੇ ਉਹ ਜੀ, ਠੀਕ ਹੈ। ਅਕਸਰ ਜੇ ਫੌਜ ਦੇ ਵਿੱਚ ਵੀ ਕੋਈ ਇਨਸਾਨ ਆਪਣੇ ਦੇਸ਼ ਲਈ ਲੜਦਾ ਤਾਂ ਆਪਣੇ ਲਈ ਉਹ ਯੋਧਾ ਹੈ ਤੇ ਦੂਸਰੇ ਲਈ ਉਹ ਖਾੜਕੂ ਕਹਿ ਸਕਦੇ ਆ ਜਾਂ ਜੋ ਵੀ ਕਹਿ ਸਕਦੇ ਆ ਵੀ ਉਹ ਦੁਸ਼ਮਣ ਦਾ ਸੀ ਜਾਂ ਆਤੰਕਵਾਦੀ ਸੀ, ਹੈ ਨਾ। ਬਿਲਕੁਲ ਜੀ, ਠੀਕ ਹੈ। ਹੁਣ ਇਸ ਦੇ ਵਿੱਚ ਵੀ ਸੰਘਰਸ਼ ਦੇ ਵਿੱਚ ਵੀ ਕਈ ਯੋਧਿਆਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਇਸ ਸੰਘਰਸ਼ ਨੂੰ ਇੱਥੇ ਤੱਕ ਲਿਆਉਣ ਦੇ ਲਈ। ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਇਹਨਾਂ ਸੰਘਰਸ਼ਾਂ ਨੂੰ ਵੀ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਜਾਨਾਂ ਗਵਾਈਆਂ ਨੇ ਉਹਨਾਂ ਦੀ ਬੇਕਦਰੀ ਤਾਂ ਨਹੀਂ ਹੋਏਗੀ? ਮੈਨੂੰ ਨਹੀਂ ਲੱਗਦਾ ਜੀ ਹੁਣ ਇਹ ਬੇਕਦਰੀ ਹੋਵੇਗੀ, ਕਿਉਂਕਿ ਜਿਹੜੀਆਂ ਅੱਗੇ ਕੋਈ ਇਨਫੋਰਮੇਸ਼ਨ ਦਿੰਦੇ ਸੀ ਨਾ, ਅੱਗੇ ਜੇ ਤਾਂ ਕੋਈ ਸਿੱਖ ਯੋਧਾ ਸੰਘਰਸ਼ ਲੜਦਾ ਸੀ ਤਾਂ ਉਹਦੇ ਵਿੱਚ ਕੁਝ ਡਾਟਾ ਕਲੈਕਟ ਕਰਨ ਵਿੱਚ ਦਿੱਕਤ ਹੋ ਜਾਂਦੀ ਸੀ, ਪਰ ਹੁਣ ਕੈਮਰੇ ਹਰ ਇੱਕ ਅੱਖ 'ਚ ਕੈਮਰਾ ਬਣ ਚੁੱਕੀ ਹੈ। ਉਹ ਇੱਕ ਨਿਰੋਲ ਫੈਸਲਾ ਕਰੂਗੀ ਵੀ ਜਿਹੜਾ ਕਿਸਾਨੀ ਮੋਰਚੇ ਵਿੱਚ ਜਾ ਕੇ ਲੜਿਆ ਉਹ ਕੋਈ ਅੱਤਵਾਦੀ ਜਾਂ ਆਮ ਨਹੀਂ ਸੀ, ਉਹ ਇੱਕ ਸ਼ਹੀਦ ਸੀ। ਮੇਰੇ ਵੱਲੋਂ ਉਹਨਾਂ ਸਾਰੇ ਸ਼ਹੀਦਾਂ ਨੂੰ ਸਜਦਾ ਕਰਦੇ ਆ, ਕਿਉਂਕਿ ਜੇ ਪਿਛਲੇ ਸਮੇਂ ਵਿੱਚ ਵੀ ਗੱਲ ਕਰੀਏ ਨਾ, ਜੋ ਵੀ ਆਪਣਾ ਹੱਕ ਮੰਗਦਾ ਉਹ ਇਹਨਾਂ ਨੂੰ ਇਹ ਨੈਸ਼ਨਲ ਮੀਡੀਆ ਜਾਂ ਸਰਕਾਰਾਂ ਉਹਨਾਂ ਨੂੰ ਅੱਤਵਾਦੀ ਐਲਾਨ ਦਿੰਦੀਆਂ ਨੇ। ਉਹ ਅੱਤਵਾਦੀ ਕਿਉਂ ਹੋਊਗਾ ਬਈ ਜਿਹੜਾ ਹੱਕ ਮੰਗਦਾ? ਵੇਖੋ ਜੀ, ਇੱਕ ਮਾਂ ਦੇ ਕੁੱਖੋਂ 2 ਬੇਟੇ ਜੰਮੇ ਨੇ, ਇੱਕ ਬੇਟਾ ਬਾਰਡਰ ਤੇ ਲੜ ਰਿਹਾ, ਇੱਕ ਬੇਟਾ ਇੱਥੇ ਬੈਠਾ ਹੋਇਆ ਹੈ, ਉਹ ਇਹ ਸੰਘਰਸ਼ ਵਿੱਚ ਲੜ ਰਿਹਾ। ਜੇਕਰ ਇੱਕ ਬੇਟਾ ਜੇ ਉਹਨਾਂ ਦਾ ਉੱਥੇ ਮਰ ਜਾਂਦਾ, ਗੌਰਮੈਂਟ ਉਹਨੂੰ ਸ਼ਹੀਦ ਕਹਿ ਦਿੰਦੀ ਹੈ। ਉਹ ਸਰਕਾਰ ਦੇਸ਼ ਦੇ ਹੱਕਾਂ ਲਈ ਲੜਦਾ ਪਿਆ ਵਾ। ਇੱਥੇ ਜੇ ਅਸੀਂ ਇਸ ਸੰਘਰਸ਼ ਵਿੱਚ ਉਹਨਾਂ ਬੇਟਾ ਮਰ ਜਾਂਦਾ ਤੇ ਗੌਰਮੈਂਟ ਉਹਨੂੰ ਅੱਤਵਾਦੀ ਕਹਿੰਦੀ ਹੈ। ਇਹ ਨਹੀਂ, ਇਹ ਗੌਰਮੈਂਟ ਦੀ ਗਲਤ ਨੀਤੀ ਹੈ ਜਾਂ ਗਲਤ ਸੋਚ ਹੈ। ਇੱਥੇ ਵੀ ਜੇ ਕੋਈ ਬੈਠ ਕੇ ਲੜ ਰਿਹਾ ਤਾਂ ਉਹਨਾਂ ਦਾ ਉਸ ਦਾ ਉਹ ਦੂਜਾ ਪੁੱਤ ਸ਼ਹੀਦ ਹੈ। ਉਹਦੇ ਵਿੱਚ ਮੈਨੂੰ ਲੱਗਦਾ ਵੀ ਤੁਹਾਡੇ ਕੋਈ ਵੀ ਉਸ ਨੂੰ ਸ਼ਹੀਦ ਨਹੀਂ ਮੰਨਣ ਤੋਂ, ਵੇਖੋ ਜੀ 16 ਤੋਂ ਪਲੱਸ ਸ਼ਹੀਦੀਆਂ ਕਿਉਂਕਿ ਅਕਸਰ ਨਾ ਆਪਣੇ ਜਿਹੜੇ ਇਤਿਹਾਸ ਨੂੰ ਜਾਂ ਆਪਣੇ ਤੁਸੀਂ ਇੱਥੇ ਵੀ ਇਸ ਟਾਈਮ ਬੁੱਕਸ ਪਈਆਂ ਨੇ
ਕਿਉਂਕਿ ਅਕਸਰ ਆਪਣੇ ਇਤਿਹਾਸ ਨੂੰ ਤਰੋੜ ਮਰੋੜ ਕੇ ਹੋਰ ਕੁਝ ਪੇਸ਼ ਕੀਤਾ ਜਾਂਦਾ ਹੈ, ਪਰ ਅਕਸਰ ਹੋਰ ਕੁਝ ਚੀਜ਼ ਨਿਕਲਦੀ ਹੈ। ਬਿਲਕੁਲ ਜੀ, ਇਹਦੇ ਵਿੱਚ ਨਾ ਉਹੀ ਗੱਲ ਹੈ ਨਾ, ਜਦੋਂ ਅਸੀਂ ਸਹੀ ਪੜਾਂਗੇ ਨਹੀਂ ਤਾਂ ਸਹੀ ਤੁਰਾਂਗੇ ਨਹੀਂ। ਜੇਕਰ ਆਪਣਾ ਨੁਕਸਾਨ ਹੋਇਆ ਨਾ, ਤੁਸੀਂ ਮੈਂ ਥੋੜਾ ਜਿਹਾ ਮੈਂ ਮੂਵਮੈਂਟ ਬਾਰੇ ਕੁਝ ਦੱਸ ਦਵਾਂ। ਜਦੋਂ ਜਿਹੜੇ ਆਜ਼ਾਦੀ ਘੁਲੱਟ ਗਏ ਸੀ, ਜਿਨ੍ਹਾਂ ਨੇ ਗੁਲਾਮੀ ਦੇਖੀ ਸੀ, ਉਹਨਾਂ ਦਾ ਦੌਰ ਸਨ 1900 ਵਿੱਚ ਆ ਕੇ ਬਹੁਤ ਸਾਰੇ ਸਾਡੇ ਬਜ਼ੁਰਗ ਨੇ ਜਾਂ ਕੁਝ ਆਜ਼ਾਦੀ ਘੁਲੱਟ ਗਏ ਨੇ, ਉਹਨਾਂ ਦੀ 90 ਦੇ ਦਹਾਕੇ ਵਿੱਚ ਲਗਭਗ 90 ਕਹਿ ਲਓ, 92 ਕਹਿ ਲਓ ਜਾਂ 99 ਕਹਿ ਲਓ, ਉਹਨਾਂ ਵਿੱਚ ਆ ਕੇ ਉਹਨਾਂ ਦੀ ਮੌਤ ਹੁੰਦੀ। ਉਹਨਾਂ ਨੇ ਗੁਲਾਮੀ ਵੇਖੀ ਸੀ ਤਾਂ ਉਹਨਾਂ ਨੂੰ ਪਤਾ ਸੀ ਆਜ਼ਾਦੀ ਚੀਜ਼ ਕੀ ਹੈ। ਇਸ ਤੋਂ ਬਾਅਦ ਜਦੋਂ ਉਹਨਾਂ ਦੇ ਉਹ ਲੀਡ ਜਾਂ ਉਹ ਵਰਗ ਉਹ ਸਮੇਂ ਖਤਮ ਹੁੰਦਾ ਹੈ ਜਾਂ ਉਹਨਾਂ ਦੀ ਮੌਤ ਹੁੰਦੀ ਹੈ, ਉਸ ਤੋਂ ਬਾਅਦ ਗੌਰਮੈਂਟ ਵੱਲੋਂ ਵੀ ਸਾਨੂੰ ਗੁਲਾਮੀ ਯਾਦ ਨਾ ਰਵੇ, ਸਾਡੇ ਵਿੱਚ ਗਾਇਕੀ ਐਂਟਰ ਕਰ ਦਿੱਤੀ ਜਾਂਦੀ ਹੈ। ਉਸ ਗਾਇਕੀ ਦਾ ਦੌਰ 1990 ਤੋਂ ਲੈ ਕੇ ਤੁਸੀਂ ਡਾਟਾ ਕੱਢ ਕੇ ਵੇਖ ਲਿਓ, ਬਹੁਤ ਸਾਰੇ ਗਾਇਕ ਉਦੋਂ ਬਣੇ ਨੇ ਜਿਹੜੇ ਸਰਕਾਰੀ ਗਾਇਕ ਨੇ। ਉਹਨਾਂ ਗਾਇਕਾਂ ਨੇ ਗੌਰਮੈਂਟ ਦਾ ਪੱਖ ਪੂਰਿਆ। ਸਾਡੀ ਨੌਜਵਾਨੀ ਜਿਨ੍ਹਾਂ ਨੂੰ ਲੋੜ ਸੀ ਕਿਤਾਬਾਂ ਪੜ੍ਹਨ ਦੀ, ਜਿਨ੍ਹਾਂ ਨੂੰ ਲੋੜ ਸੀ ਵੀ ਅਸੀਂ ਜਿਹੜੀ ਪਹਿਲਾਂ ਆਜ਼ਾਦੀ ਲਈ ਹੈ ਉਹ ਕਿਵੇਂ ਲਈ ਹੈ ਤੇ ਕਿੰਨੀਆਂ ਸਾਡੀਆਂ ਜਾਨਾਂ ਲੱਗੀਆਂ ਨੇ, ਉਹ ਚੀਜ਼ਾਂ ਉਹਨਾਂ ਨੂੰ ਪੜ੍ਹਾਈਆਂ ਨਹੀਂ, ਨਾ ਸਕੂਲਾਂ 'ਚ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਗਈ ਹੈ ਤੇ ਨਾ ਲਿਟਰੇਚਰ ਹੋਰ ਕਿਤੇ। ਅਸੀਂ ਉਹਦੇ ਕਾਰਨ ਅਸੀਂ ਆਪਣੇ ਇਸ ਇਤਿਹਾਸ ਤੋਂ ਜਾਂ ਅਸੀਂ ਆਪਣੀ ਹੋਂਦ ਤੋਂ ਉਹ ਟੁੱਟ ਗਏ। ਉਹ 1990 ਤੋਂ ਲੈ ਕੇ 1920 ਤੱਕ ਜੇ ਆਪਾਂ ਗੱਲ ਕਰੀਏ 30 ਸਾਲ ਦੇ ਗੈਪ ਨੇ ਸਾਨੂੰ ਆ ਸੰਘਰਸ਼ ਦਾ ਰੂਪ ਦਿੱਤਾ। ਪਰ ਉਹ ਹੁਣ 1920 ਦੇ ਵਿੱਚ ਇੱਕ ਇਸ ਤਰ੍ਹਾਂ ਦੀ ਪੀਕ ਬਣ ਕੇ ਸੰਘਰਸ਼ ਚੱਲ ਰਿਹਾ ਹੈ। ਇਹ ਸੰਘਰਸ਼ ਦੇ ਵਿੱਚੋਂ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਬਹੁਤ ਨੌਜਵਾਨ ਨੇ, ਜੇ ਹੁਣ ਇਸ ਲਾਇਬ੍ਰੇਰੀ ਨੂੰ ਮੈਂ ਥੋੜਾ ਜਿਹਾ ਵਿੱਚ ਐਡ ਕਰ ਲਾਂ ਤਾਂ ਇਸ ਲਾਇਬ੍ਰੇਰੀ ਦੇ ਵਿੱਚ ਅਸੀਂ 1300 ਤੋਂ ਪਲੱਸ ਕਿਤਾਬਾਂ ਲੈ ਕੇ ਆਏ ਹਾਂ ਇੱਥੇ। ਉਸ ਦੇ ਵਿੱਚੋਂ 900 ਕਿਤਾਬ ਆਲਰੇਡੀ ਟਰਾਲੀਆਂ ਵਿੱਚ ਇਸ਼ੂ ਹੋ ਚੁੱਕੀ ਹੈ, ਪੜ੍ਹਨ ਨੂੰ ਜਾ ਚੁੱਕੀ ਹੈ। 900 ਦੇ ਵਿੱਚੋਂ ਤੁਸੀਂ ਮੰਨ ਲਓ 700 ਜਣਾ ਤਾਂ ਉਸ ਕਿਤਾਬ ਨੂੰ ਪੜ੍ਹੇਗਾ, ਉਹ ਪੜ੍ਹ ਕੇ ਇੱਕ ਚੰਗੀ ਸੇਧ ਲਵੇਗਾ। ਹੁਣ ਮੈਂ ਪਤਾ ਨਹੀਂ ਮੈਂ ਕਿਤਾਬ ਦਾ ਹੋਰ ਲੈ ਲੈਂਦੇ ਜੀ ਹਿਊਮਨ ਰਾਈਟਸ ਦੀ ਗੱਲ ਕੀਤੀ ਜਾਂਦੀ ਹੈ, ਅਕਸਰ ਸਰਕਾਰਾਂ ਦੇ ਵੱਲੋਂ ਇੱਕ ਡੇ ਵੀ ਮਨਾਇਆ ਜਾਂਦਾ ਵੀ ਹਿਊਮਨ ਰਾਈਟਸ ਜੀ। ਪਰ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਇਸ ਸੰਘਰਸ਼ ਦੇ ਵਿੱਚ ਕਿਸਾਨਾਂ ਦੇ ਨਾਲ ਹਿਊਮਨ ਰਾਈਟਸ ਦਾ ਘਾਣ ਕੀਤਾ ਗਿਆ, ਸੰਵਿਧਾਨ ਦਾ ਘਾਣ ਕੀਤਾ ਗਿਆ? ਵੇਖੋ ਜੀ, ਜਿਹੜਾ ਕਨਸਟੀਟਿਊਸ਼ਨ ਆਪਣਾ ਸੰਵਿਧਾਨ ਹੈ, ਗੌਰਮੈਂਟ ਲਈ ਤਾਂ ਇੱਕ ਉਹ ਕਿਤਾਬ ਆ ਜਿਹਨੂੰ ਕੱਛ 'ਚ ਪਾ ਕੇ ਜਿੱਥੇ ਮਰਜ਼ੀ ਤੁਰ ਜਾਓ। ਉਹਨੂੰ ਮੈਨੂੰ ਲੱਗਦਾ ਵੀ ਗੌਰਮੈਂਟ ਜਿਹੜੇ ਕੋਈ ਸੰਵਿਧਾਨ ਦੇ ਰਾਖੇ ਨੇ ਅੱਜ ਬਣ ਰਹੇ ਨੇ ਜਾਂ ਕੁਝ ਹੋਰ ਨੇ, ਉਹਨਾਂ ਨੇ ਉਸ ਨੂੰ ਪੜ੍ਹਿਆ ਨਹੀਂ ਵੀ ਉਹਦੇ ਵਿੱਚ ਕੀ ਚੀਜ਼ ਸਹੀ ਲਿਖੀ ਹੈ। ਉਹਦੇ ਵਿੱਚ ਸਾਨੂੰ ਆਜ਼ਾਦੀ ਦਿੱਤੀ ਗਈ ਹੈ, ਸਾਨੂੰ ਬੋਲਣ ਦੀ ਆਜ਼ਾਦੀ ਹੈ, ਸਾਨੂੰ ਪ੍ਰੋਟੈਸਟ ਕਰਨ ਦੀ ਆਜ਼ਾਦੀ ਹੈ। ਉਹਨਾਂ ਨੇ ਜੇਕਰ ਉਹ ਸੰਵਿਧਾਨ ਪੜ੍ਹਿਆ ਹੁੰਦਾ ਚੰਗੀ ਤਰ੍ਹਾਂ ਤਾਂ ਸਾਨੂੰ ਹਰਿਆਣੇ ਵਿੱਚ ਰੋਕਦੇ ਨਾ। ਉਹਨਾਂ ਦੇ ਲਈ ਹਿਊਮਨ ਰਾਈਟ ਕੋਈ ਚੀਜ਼ ਨਹੀਂ। ਉਹਨਾਂ ਲਈ ਹਿਊਮਨ ਰਾਈਟ ਆਏ ਆ ਜਿਵੇਂ ਚਾਹ ਦੇ ਵਿੱਚੋਂ ਮੱਖੀ ਬਾਹਰ ਕੱਢ ਦੇਣੀ ਹੈ। ਉਹਨਾਂ ਨੂੰ ਹਿਊਮਨ ਰਾਈਟਸ ਦਾ ਮੈਨੂੰ ਪਤਾ ਵੀ ਹੋ ਸਕਦਾ ਵੀ ਉਹਨਾਂ ਨੂੰ ਐਚ ਦਾ ਹੀ ਮੀਨਿੰਗ ਨਹੀਂ ਪਤਾ, ਕਿਉਂਕਿ ਹਿਊਮਨ ਰਾਈਟਸ ਦੇ ਨਾਲ ਮੈਂ ਰਾਈਟਸ ਆਫ ਚਿਲਡਰਨ ਤੇ ਕੰਮ ਕੀਤਾ ਹੈ। ਆਪਣੇ ਦੇਸ਼ ਦੇ ਵਿੱਚ ਜੇ ਗੱਲ ਕਰੀਏ, ਖਾਸ ਕਰਕੇ ਪੰਜਾਬ 'ਚ ਸਲਮ ਏਰੀਏ 'ਚ ਬਹੁਤ ਸਾਰੇ ਰਾਈਟਸ ਨੇ ਜੋ ਵਾਇਲੇਸ਼ਨ ਹੋ ਰਹੇ ਨੇ ਤੇ ਉਸੇ ਤਰ੍ਹਾਂ ਹੀ ਗੌਰਮੈਂਟ ਸਾਡੇ ਰਾਈਟਸ ਨੂੰ ਵਾਇਲੇਸ਼ਨ ਕਰਦੀ ਹੈ। ਅਸੀਂ ਪੀਸਫੁਲੀ ਬੈਠੇ ਹੋਏ ਹਾਂ, ਪੀਸਫੁਲੀ ਬੈਠ ਕੇ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਪੂਰੇ ਵਰਲਡ ਦੇ ਵਿੱਚ ਤੁਸੀਂ ਵੇਖ ਚੱਕੋ ਵੀ ਜਾਂ ਤਾਂ ਹੋਵੇ ਨਾ ਵੀ ਇਸੇ 10 ਬੰਦੇ ਮੰਗ ਕਰਦੇ ਨੇ, 20 ਮੰਗ ਕਰਦਾ ਹੈ, ਤੁਸੀਂ ਮੰਨ ਲਓ ਲੱਖ ਬੰਦਾ ਮੰਗ ਕਰਦਾ ਹੈ। ਇੱਥੋਂ ਜੀ ਸਾਡੇ ਦੇਸ਼ ਦੀ ਜਿੰਨੀ ਆਬਾਦੀ ਹੈ ਉਸ ਆਬਾਦੀ ਦਾ 75% ਇਹ ਵਰਗ ਮੰਗ ਕਰ ਰਿਹਾ ਕਿ ਇਹ ਕਾਨੂੰਨ ਮਾਰੂ ਨੇ, ਇਹਨਾਂ ਨੂੰ ਰੱਦ ਕਰ ਦਿਓ। ਪਰ ਉਹ ਰਾਈਟਸ ਤੋਂ ਉਲਟ ਹੋ ਕੇ ਕਹਿ ਰਹੇ ਨੇ ਵੀ ਇਹ ਕਾਨੂੰਨ ਚੰਗੇ ਨੇ। ਸੋ ਗੌਰਮੈਂਟ ਕਿਤੇ ਨਾ ਕਿਤੇ ਜਾਂ ਤਾਂ ਉਸ ਚੀਜ਼ ਨੂੰ ਸਮਝ ਨਹੀਂ ਪਾ ਰਹੀ ਜਾਂ ਉਹਨਾਂ ਕੋਲ ਹਜੇ ਇੰਨੀ ਬੁੱਧ ਨਹੀਂ ਹੋਈ ਵੀ ਤੁਸੀਂ ਜੋ ਅੰਨਦਾਤਾ, ਇੱਕ ਦੁਨੀਆ ਤੇ ਇੱਕੋ ਇੱਕ ਇਨਸਾਨ ਦੇ ਪਿੱਛੇ ਦਾਤਾ ਨਾ ਲੱਗਦਾ, ਉਹ ਹੈ ਅੰਨਦਾਤਾ। ਹੋਰ ਤੁਸੀਂ ਵਰਲਡ ਦੇ ਵਿੱਚ ਕੋਈ ਵੀ ਚੀਜ਼ ਲੱਭ ਲਓ ਉਹਦੇ ਪਿੱਛੇ ਦਾਤਾ ਨਹੀਂ ਲੱਗੂਗਾ। ਅੱਜ ਤੁਸੀਂ ਦਾਤੇ ਨੂੰ ਭੁੱਖ ਹੜਤਾਲ ਤੇ ਬੈਠਣ ਲਈ ਮਜਬੂਰ ਕਰ ਦਿੱਤਾ। ਜਿਸ ਦਾਤੇ ਨੂੰ ਤੁਸੀਂ ਭੁੱਖ ਹੜਤਾਲ ਤੇ ਬੈਠਣ ਲਈ ਮਜਬੂਰ ਕਰ ਦਿੱਤਾ ਦਾਤੇ ਨੂੰ, ਤੇ ਉਹ ਜਿਹੜਾ ਦਾਤਾ ਵੰਡ ਰਿਹਾ ਆਪਣੀ ਫਸਲ ਬੀਜ ਕੇ ਅੱਗੇ ਖੇਤੀ ਦੇ ਰਿਹਾ, ਵੇਖੋ ਉਹ ਅੱਜ ਭੁੱਖ ਹੜਤਾਲ ਤੇ ਬੈਠਾ ਤਾਂ ਦੇਸ਼ ਦਾ ਕੀ ਹਾਲ ਹੋਵੇਗਾ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਤੁਹਾਡਾ, ਇੱਕ ਆਖਰੀ ਸਵਾਲ ਹੈ ਤੇ ਤੁਸੀਂ ਆਪਣਾ ਕੇਂਦਰ ਸਰਕਾਰ ਨੂੰ ਜਵਾਬ ਵੀ ਦਿਓ ਨਾਲ। ਉਸ ਤੋਂ ਬਾਅਦ ਕਿਤੇ ਨਾ ਕਿਤੇ ਫਾਇਦਾ ਵੀ ਹੋਇਆ ਇਸ ਚੀਜ਼ ਦਾ, ਕਿਉਂਕਿ ਹਿਊਮਨ ਰਾਈਟਸ ਦਾ ਘਾਣ ਕੀਤਾ ਗਿਆ, ਪਰ ਅੱਜ ਆਪਣਾ ਜਿਹੜਾ ਇਕੱਠ ਹੈ, ਜਿਹੜਾ ਇਹ ਕਾਫਲਾ ਹੈ, ਇੱਕ ਝੰਡੇ ਦੇ ਥੱਲੇ ਆ ਚੁੱਕਾ। ਬਿਲਕੁਲ ਜੀ, ਇਹ ਸੰਘਰਸ਼ ਦੇ ਜੇ ਗੱਲ ਇਹ ਸੰਘਰਸ਼ ਅੱਜ ਜਿਹੜਾ ਸੰਘਰਸ਼ ਹੈ ਨਾ ਐਜ ਤੇ ਪਹੁੰਚ ਚੁੱਕਾ ਹੈ।
ਜੇ ਆਪਾਂ ਉਹ ਗੱਲ ਕਰੀਏ ਇਸ ਸੰਘਰਸ਼ ਦੇ ਨਾਲ ਅਸੀਂ ਇਕੱਠੇ ਵੀ ਹੋਏ ਆ, ਇਕੱਠੇ ਹੋ ਕੇ ਅਸੀਂ ਸਾਡੇ ਵਿਚਾਰ ਦਾਨ ਪ੍ਰਦਾਨ ਹੋ ਰਹੇ ਨੇ। ਦਾਨ ਪ੍ਰਦਾਨ ਹੋਣਾ ਸਾਡੇ ਅਸੀਂ ਟਾਕ ਹੁੰਦੀ ਹੈ, ਟਾਕ ਦੇ ਵਿੱਚੋਂ ਇੱਕ ਚੰਗੀ ਚੀਜ਼ ਦਾ ਉਥੈਨ ਹੁੰਦਾ ਹੈ। ਕਿਤੇ ਨਾ ਕਿਤੇ ਗੌਰਮੈਂਟ ਨੇ ਜੇ ਸੰਘਰਸ਼ ਹੋ ਗਿਆ ਤਾਂ ਇਹ ਸੰਘਰਸ਼ ਦੇ ਸਾਡੇ ਪੰਜਾਬ ਨੂੰ, ਸਾਡੇ ਦੇਸ਼ ਨੂੰ ਫਾਇਦੇ ਬਹੁਤ ਨੇ। ਜਿਹੜੀਆਂ ਜ਼ੁਬਾਨਾਂ ਨੂੰ ਕੇਂਦਰ ਸਰਕਾਰ ਨੇ ਦਬਾ ਕੇ ਰੱਖਿਆ ਸੀ, ਅੱਜ ਉਹ ਸਾਡੇ ਨਾਲ ਬੋਲ ਕੇ ਇੱਕ ਫਰੀडम, ਇੱਕ ਆਜ਼ਾਦੀ ਫੀਲ ਕਰਦੇ ਨੇ। ਜੇਕਰ ਮੈਂ ਕਿਸੇ ਵਰਗ ਨੂੰ ਨਹੀਂ ਕਹਿਣਾ ਚਾਹੁੰਦਾ, ਪਰ ਇੱਕ ਨਾਮ ਮੈਂਸ਼ਨ ਕਰ ਦੇਵਾਂ, ਮੁਸਲਿਮ ਵਰਗ ਅੱਜ ਆਜ਼ਾਦੀ ਫੀਲ ਕਰ ਰਿਹਾ ਵੀ ਸਾਨੂੰ ਕਿਤੇ ਸ਼ਹੀਨ ਬਾਗ, ਕਿਤੇ ਸਾਨੂੰ ਲਾਠੀਚਾਰਜ ਹੋ ਰਿਹਾ, ਸਾਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਅੱਜ ਉਹ ਸਾਡੇ ਇਸ ਮੰਚ ਤੋਂ ਆ ਕੇ, ਸਾਂਝੇ ਮੰਚ ਤੋਂ ਆ ਕੇ ਆਪਣਾ ਇੱਕ ਵਿਚਾਰ ਪ੍ਰਗਟ ਕਰਦੇ ਨੇ ਵੀ ਉਹ ਇੱਕ ਆਜ਼ਾਦੀ ਫੀਲ ਕਰਦੇ ਨੇ। ਇਸ ਦੇਸ਼ ਦੇ ਵਿੱਚ ਆਜ਼ਾਦੀ ਦੀ ਲੋੜ ਹੈ, ਨਾ ਕਿ ਦਬਾਅ ਦੀ ਲੋੜ ਹੈ। ਤਾਂ ਗੌਰਮੈਂਟ ਨੂੰ ਕੀ ਚਾਹੀਦਾ ਕਿ ਤੁਸੀਂ ਜਿਹੜਾ ਪ੍ਰਿੰਸ ਹੁੰਦਾ ਨਾ, ਪ੍ਰਿੰਸ ਨੂੰ ਤਾਂ ਬਣਾਇਆ ਜਾਂਦਾ ਕਿ ਉਹ ਆਮ ਨਾਗਰਿਕਾਂ ਦੇ ਜੋ ਮੁਸ਼ਕਲਾਂ ਆ ਰਹੀਆਂ ਉਹਨਾਂ ਦਾ ਹੱਲ ਕਰੇ, ਉਹਨਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਉਹ ਆਪਣੇ ਰਾਜ ਨੂੰ ਚਲਾ ਰਿਹਾ। ਜੇਕਰ ਉਹ ਰਾਜ ਨੂੰ ਚਲਾਉਂਦੇ ਨਾਗਰਿਕਾਂ ਨੂੰ ਖਾ ਜਾਏਗਾ ਤੇ ਰਾਜ ਕਿਹਦੇ ਲਈ ਹੈ? ਜੋ ਨਾਗਰਿਕ ਹੀ ਨਹੀਂ ਰਿਹਾ ਤੇ ਰਾਜ ਦਾ ਕੀ ਕਰਨਾ? ਅੱਜ ਦਾ ਜਿਹੜਾ ਪ੍ਰਿੰਸ ਹੈ, ਜੇ ਉਹਨੂੰ ਕਹੀਏ ਵੀ ਉਹਦਾ ਨਾਮ ਮੋਦੀ ਹੈ, ਤਾਂ ਮੋਦੀ ਅੱਜ ਸਾਨੂੰ ਆਮ ਲੋਕਾਂ ਨੂੰ ਖਾ ਰਿਹਾ। ਉਹ ਸਾਨੂੰ ਇੱਥੋਂ ਗਲਮੇ ਤੋਂ ਫੜਦਾ ਹੈ, ਅਬਾਨੀਆਂ ਦੇ ਪੈਰਾਂ 'ਚ ਜਾ ਕੇ ਸੱਟ ਦਿੰਦਾ। ਪਰ ਉਸ ਨੂੰ ਇਹ ਨਹੀਂ ਪਤਾ ਕਿ ਅੱਜ ਜੋ ਸਾਡਾ ਦ੍ਰਿਸ਼ ਹੋ ਚੁੱਕਾ ਹੈ, ਅਸੀਂ ਇਸ ਸੰਘਰਸ਼ ਦੇ ਨਾਲ ਬਹੁਤ ਜ਼ਿਆਦਾ ਜਾਣੂ ਹੋ ਚੁੱਕੇ ਹਾਂ। ਇਸ ਸੰਘਰਸ਼ ਕਾਰਨ ਅਸੀਂ ਜਾਗਰੂਕ ਨੌਜਵਾਨ, ਖਾਸ ਕਰਕੇ ਨੌਜਵਾਨ ਵਰਗ ਜਾਣਕਾਰੀ ਪ੍ਰਾਪਤ ਕਰ ਚੁੱਕਾ ਹੈ। ਹੁਣ ਅਸੀਂ ਉਹਨਾਂ ਦੀਆਂ ਪੈਰਾਂ ਦੇ ਵਿੱਚ ਜਾਂ ਉਹਨਾਂ ਦੇ ਹੱਥਾਂ ਦੇ ਵਿੱਚ ਨਹੀਂ ਆਵਾਂਗੇ। ਅਸੀਂ ਇਸ ਸੰਘਰਸ਼ ਦੇ ਵਿੱਚ ਉਸ ਸਮੇਂ ਤੱਕ ਮੌਜੂਦ ਹਾਂ ਜਿੰਨਾ ਟਾਈਮ ਸਾਡੀ ਜਿੱਤ ਨਹੀਂ ਹੁੰਦੀ। ਇਹ ਜਿੱਤ ਸਾਡੀ ਕਿਸਾਨੀ ਦੀ ਜਿੱਤ ਨਹੀਂ, ਸਾਡੀ ਹੋਂਦ ਦੀ ਜਿੱਤ ਆ। ਜੇਕਰ ਇਹ ਸੰਘਰਸ਼ ਇਸ ਵਕਤ, ਮੈਂ ਪਹਿਲਾਂ ਵੀ ਕਹਿ ਰਿਹਾ ਵੀ ਇਹ ਸੰਘਰਸ਼ ਇਸ ਵਕਤ ਇੱਜ 'ਤੇ ਆ। ਜੇਕਰ ਇੱਧਰ ਨੂੰ ਆਉਂਦਾ ਸਾਡੀ ਹੋਂਦ ਨਹੀਂ, ਜੇਕਰ ਆਉਂਦਾ ਤੇ ਅਸੀਂ 100 ਸਾਲ ਬਾਅਦ ਆਪਦਾ ਇਤਿਹਾਸ ਫੇਰ ਰਿਪੀਟ ਕਰ ਦੇਣਾ। ਮੈਂ ਗੌਰਮੈਂਟ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਕਿਹੜੀ ਨੀਂਦੇ ਸੌਂ ਗਏ ਹੋ? ਤੁਸੀਂ ਕਿਹੜੀ ਨੀਂਦੇ ਸੌਂ ਗਏ ਹੋ ਕਿ ਤੁਹਾਨੂੰ ਇੰਨੇ ਲੋਕ ਰਾਤਾਂ ਨੂੰ ਜਾਗਦੇ ਹੀ ਨਹੀਂ ਦਿਸਦੇ? ਤੁਸੀਂ ਕਿਹੜੀ ਨੀਂਦੇ ਸੌਂ ਗਏ ਹੋ? ਤੁਹਾਨੂੰ ਇੰਨੇ ਲੋਕ ਰਾਤਾਂ ਨੂੰ ਜਾਗਦੇ ਨਹੀਂ ਸੌਂਦੇ। ਸੋ ਮੈਂ ਆਪਦੇ ਇਸ ਮੀਡੀਆ ਦੇ ਰਾਹੀਂ ਇਹ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਨੌਜਵਾਨੋ, ਤੁਸੀਂ ਆਓ, ਹੰਬੜਾ ਮਾਰੋ, ਆਪਣੀ ਜਿੱਤ ਯਕੀਨੀ ਹੈ। ਆਪਾਂ ਇੱਥੋਂ ਜਿੱਤ ਕੇ ਜਾਣਾ ਹੈ। ਜਿੱਤ ਦੇ ਨਾਲ ਨਾਲ ਆਪਾਂ ਚੰਗਾ ਗਿਆਨ ਪ੍ਰਾਪਤ ਕਰਨਾ ਹੈ। ਮੈਂ ਇੱਕ ਸ਼ੇਰ ਦੇ ਨਾਲ ਜਾਂ ਕਿਸੇ ਦੀਆਂ ਲਾਈਨਾਂ ਨੇ ਉਹ ਮੈਂ ਕਹਿ ਕੇ ਸਮਾਪਤੀ ਦੇ ਲੀਹਾਂ ਵੱਲ ਵਧੂੰਗਾ। ਕਿਸੇ ਨੇ ਆਖਿਆ ਜੀ ਮੈਂ ਕੁਝ ਕਿਤਾਬਾਂ ਖਰੀਦੀਆਂ ਤੇ ਲੱਗਾ ਮੈਨੂੰ ਗਹਿਣੇ ਖਰੀਦ ਲਏ। ਮੈਂ ਕੁਝ ਕਿਤਾਬਾਂ ਖਰੀਦੀਆਂ ਤੇ ਮੈਨੂੰ ਲੱਗਾ ਜੀ ਮੈਂ ਕੁਝ ਗਹਿਣੇ ਖਰੀਦ ਲਏ। ਰਾਤ ਨੂੰ ਸੌਣ ਵਕਤ ਮੈਂ ਆਪਣੇ ਦਰਵਾਜ਼ਿਆਂ ਦੀਆਂ ਕੁੰਡੀਆਂ ਖੋਲ੍ਹ ਦਿੰਦਾ, ਕਦੇ ਕੋਈ ਚੋਰੀ ਕਰਕੇ ਲੈ ਜੇ। ਅਸੀਂ ਇਸ ਕਿਤਾਬਾਂ ਦਾ ਜੋ ਕਿਤਾਬਾਂ ਦੇ ਰਾਹੀਂ ਗਿਆਨ ਦੇ ਰਹੇ ਹਾਂ ਵੀ ਸਾਨੂੰ ਖੁਸ਼ੀ ਹੋਵੇਗੀ ਜੇਕਰ ਸਾਡੀ ਕੋਈ ਇੱਕ ਵੀ ਕਿਤਾਬ ਪੜ੍ਹ ਕੇ ਸੰਘਰਸ਼ ਪ੍ਰਤੀ ਜਾਣੂ ਹੋ ਜਾਵੇਗਾ ਤਾਂ ਆਪਣਾ ਪੀਸਫੁਲੀ ਚੱਲੇਗਾ, ਸਟੈਪ ਬਾਈ ਸਟੈਪ ਚੱਲੇਗਾ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ। ਬਿਲਕੁਲ ਜੀ, ਮੈਂ ਤੁਹਾਡਾ ਵੀ ਧੰਨਵਾਦ ਕਰਦਾ। ਲੋਕ ਮਸਲੇ ਤੁਸੀਂ ਚੈਨਲ ਤੋਂ, ਤਾਂ ਮੈਂ ਤੁਹਾਡਾ ਵੀ ਧੰਨਵਾਦ ਕਰਦਾ। ਕੈਮਰਾਮੈਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਕੈਚ ਕੀਤਾ, ਸਾਡੀ ਗੱਲ ਪੂਰੇ ਵਿਸ਼ਵ ਦੇ ਵਿੱਚ ਪਹੁੰਚਾਈ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਡੇ ਚੈਨਲ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਜ਼ਰੂਰ ਦਬਾਓ ਨਵੀਆਂ ਤੇ ਤਾਜ਼ਾ ਖਬਰਾਂ ਸੁਣਨ ਦੇ ਲਈ।